ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਰਖੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਜਾਂ ਕੀ ਸ਼ਰਨ ਪੈ ਗਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕਾਲਹੀਨ ਕਲਾ ਸੰਯੁਕਤ, ਅਕਾਲ ਪੁਰਖ ਆਦੇਸ਼। ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ। ਅੰਗ ਰਾਗ ਨਾ ਰੰਗ ਜਾਂ ਕੈ, ਜਾਤ ਪਾਤ ਨਾ ਨਾਮ। ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ। ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ। ਗਰਭ ਗੰਜਨ ਸਰਬ ਭੰਜਨ, ਆਦ ਰੂਪ ਅਸੂਤ। ਅੰਗਹੀਣ ਅਪੰਗ ਅਨਾਤਮ, ਏਕ ਪੁਰਖ ਅਪਾਰ। ਸਰਬ ਲਾਇਕ ਸਰਬ ਕਾਇਕ, ਸਰਬ ਕੋ ਪ੍ਰਤਿਪਾਰ। ਸਰਬ ਗੰਤਾ ਸਰਬ ਹੰਤਾ, ਸਰਬ ਤੇ ਅਨਭੇਖ। ਸਰਬ ਸ਼ਾਸਤਰ ਨਾ ਜਾਨਹੀ, ਜਿਹੇ ਰੂਪ ਰੰਗ ਅਰ ਭੇਖ। ਪਰਮ ਵੇਦ ਪੁਰਾਣ ਜਾਂ ਕੈ, ਨੇਤ ਪਾਖਤ ਨਿਤ। ਕੋਟ ਸਿਮ੍ਰਿਤਿ ਪੁਰਾਨ ਸ਼ਾਸਤਰ, ਨਾ ਆਵਈ ਵੋ ਚਿਤ। ਮਧੁਪਾਰ ਛੰਦ ਤੁਐ ਪ੍ਰਸਾਦ, ਗੁਣ ਗਾਨ ਉਦਾਰ। ਮਹਿਮਾ ਅਪਾਰ, ਆਸਨ ਅਭੰਗ, ਉਪਮਾ ਅਨੰਗ। ਅਨਭਉ ਪ੍ਰਕਾਸ਼, ਨਿਸ ਦਿਨ ਅਨਾਸ। ਆਜਾਨ ਬਾਹਾ ਸ਼ਾਹਨਸ਼ਾਹ, ਰਾਜਾਨ ਰਾਜ ਪਾਨਾਨ ਪਾਨ। ਦੇਵਾਨ ਦੇਵ ਉਪਮਾ ਮਹਾਨ। ਇੰਦਰਾਨ ਇੰਦਰ ਬਾਲਾਨ ਬਾਲ, ਰੰਕਾਨ ਰੰਕ ਕਾਲਾਨ ਕਾਲ। ਅਨਪੂਤ ਅੰਗ ਆਬਾ ਅਭੰਗ, ਗਤ ਮਿਤ ਅਪਾਰ। ਗੁਣ ਗਾਨ ਉਦਾਰ, ਮੁਨ ਗਨ ਪ੍ਰਣਾਮ। ਨਿਰਭੈ ਨਿਹਕਾਮ ਨਿਕਾਮ, ਅਤ ਦੁਤ ਪ੍ਰਚੰਡ। ਮਿਤ ਗਤ ਅਖੰਡ, ਆਲਿਸਯ ਕਰਮ, ਆਦ੍ਰਿਸ਼ਯ ਧਰਮ। ਸਰਬਾ ਪ੍ਰਨਾਡਿਐ, ਅਨਡੰਡ ਬਾਢਿਐ। ਚਾਤਰੀ ਛੰਦ ਤੁਐ ਪ੍ਰਸਾਦ, ਗੋਬਿੰਦੇ ਮੁਕੰਦੇ। ਉਦਾਰੇ ਅਪਾਰੇ, ਹਰਿਯੰ ਕਰਿਯੰ, ਨ੍ਰਿਨਾਮੇ ਅਕਾਮੇ। ਭੁਜੰਗ ਭਰਿਆਤ ਛੰਦ, ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ। ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ। ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ।
ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ, ਚਤਰ ਚੱਕਰ ਮਾਨੀਐ ਚਤਰ ਚੱਕਰ ਦਾਨੀਐ। ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰ ਨਾ ਪਿਤਰੈ, ਨਾ ਕਰਮੰ ਨਾ ਕਾਏ ਅਜਨਮੰ ਅਜਾਏ, ਨਾ ਕਰਮੰ ਨਾ ਕਾਏ ਅਜਨਮੰ ਅਜਾਏ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਜੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ, ਔਰ ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਸਾਰੀ ਸਾਧ ਸੰਗਤ ਜੀ ਜਿਹੜੀ ਬਾਹਰ ਵੀ ਬੈਠੀ ਸੁਣਦੀ ਹੈ ਰਸਨਾ ਆਪਣਾ ਸਰਵਣਾ ਦੇ ਨਾਲ, ਆਪ ਸਭ ਜੀ ਦੇ ਚਰਨਾਂ 'ਚ ਪ੍ਰਣਾਮ। ਫਤਿਹ ਬੁਲਾਈਏ ਗੁਰੂ ਦੁਆਰਾ ਬਖਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪਣੀ ਹਕੀਰ ਬੁੱਧੀ ਦੁਆਰਾ ਧੰਨ ਧੰਨ ਦਸ਼ਮੇਸ਼ ਜੀ ਦੀ ਸਾਨੂੰ ਬਖਸ਼ੀ ਹੋਈ ਨਿਤਨੇਮ ਦੀ ਇਹ ਬਾਣੀ 'ਚੋਂ ਅੱਗੇ ਵਿਚਾਰ ਹਾਜ਼ਰ ਹੈ। ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼। ਉਹ ਕਾਲ ਤੋਂ ਵਿਹੀਨ ਹੈ, ਉਹਦੇ ਸਿਰ ਪਰ ਕੋਈ ਕਾਲ ਨਹੀਂ। ਉਹ ਕਲਾ ਦੇ ਨਾਲ ਆਪਣੀ ਨਾਲ ਸੰਯੁਕਤ ਹੈ, ਬਣਿਆ ਹੋਇਆ। ਅਕਾਲ ਪੁਰਖ ਆਦੇਸ਼, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਧਰਮ ਧਾਮ ਸੋ ਭਰਮ ਰਹਿਤ, ਉਹ ਧਰਮ ਦਾ ਧਾਮ ਹੈ, ਭਰਮਾਂ ਤੋਂ ਰਹਿਤ ਹੈ। ਅਭੂਤ ਹੈ, ਅਲੱਖ ਹੈ, ਅਭੇਸ ਹੈ, ਉਹਦਾ ਕੋਈ ਭੇਸ ਨਹੀਂ। ਅੰਗ ਰਾਗ ਨਾ ਰੰਗ ਜਾਂ ਕੈ, ਜਾਤ ਪਾਤ ਨਾ ਨਾਮ। ਨਾ ਕੋਈ ਉਹਦਾ ਅੰਗ ਹੈ, ਉਹ ਅਨੰਗ ਹੈ। ਨਾ ਕੋਈ ਰਾਗ ਹੈ, ਨਾ ਰੰਗ ਹੈ, ਨਾ ਕੋਈ ਜਾਤ ਹੈ, ਨਾ ਗੋਤ ਹੈ, ਨਾ ਨਾਮ ਹੈ। ਗਰਭ ਗੰਜਨ ਦੁਸ਼ਟ ਭੰਜਨ, ਉਹ ਹੰਕਾਰ ਨੂੰ ਤੋੜਨ ਵਾਲਾ, ਈਗੋ ਸੈਂਟਰਿਕ ਰੁਚੀਆਂ ਨੂੰ ਤੋੜਨ ਵਾਲਾ, ਦੁਸ਼ਟਾਂ ਦਾ ਭੰਜਨ ਕਰਦਾ। ਛੇਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਰੂਪ 'ਚ ਦੁਸ਼ਟਾਂ ਨੂੰ ਮਾਰਿਆ। ਮੁਕਤਦਾਇਕ ਕਾਮ, ਔਰ ਉਹ ਮੁਕਤੀ ਦੇ ਕੰਮ ਕਰਦਾ, ਲੋਕਾਂ ਨੂੰ ਮੁਕਤ ਵੀ ਕਰਾਉਂਦਾ ਹੈ ਇਸ ਸੰਸਾਰ ਤੋਂ ਗੁਰੂ ਦੇ ਨਾਲ ਮਿਲਾ ਕੇ। ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ, ਉਹ ਆਪਣਾ ਰੂਪ ਆਪ ਹੈ, ਬਹੁਤ ਡੂੰਘਾ ਹੈ, ਅਨਫੈਥੇਮੇਬਲ ਯਾਨੀ ਮਾਪਿਆ ਨਹੀਂ ਜਾ ਸਕਦਾ। ਉਹਦੀ ਉਸਤਤ ਨਹੀਂ ਕਰੀ ਜਾ ਸਕਦੀ, ਜਿੰਨੀ ਵੀ ਕਰੋ ਥੋੜ੍ਹੀ ਹੈ। ਏਕ ਪੁਰਖ ਅਵਧੂਤ, ਉਹ ਇੱਕ ਅਵਧੂਤ ਪੁਰਖ ਹੈ, ਅਕਾਲ ਪੁਰਖ ਹੈ। ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ, ਉਹ ਗਰਭ ਗੰਜਨ ਹੈ, ਸਰਬ ਨੂੰ ਭੰਜਨ ਕਰਨ ਵਾਲਾ, ਸਾਰਿਆਂ ਨੂੰ ਲੈ ਕਰਨ ਵਾਲਾ ਹੈ। ਔਰ ਆਦਿ ਰੂਪ ਹੈ, ਅਜੂਨੀ ਹੈ, ਅਸੂਤ ਹੈ, ਕਦੇ ਪ੍ਰਸੂਤ ਨਹੀਂ ਹੋਇਆ, ਕਦੇ ਉਹਦਾ ਜਨਮ ਨਹੀਂ ਹੋਇਆ। ਅੰਗਹੀਨ ਅਭੰਗ ਅਨਾਤਮ, ਕੋਈ ਉਹਦਾ ਅੰਗ ਨਹੀਂ, ਕੋਈ ਉਹਦੇ ਅੰਦਰ ਆਤਮਾ ਨਹੀਂ ਹੈ। ਜਿਵੇਂ ਸਾਰੀ ਸ੍ਰਿਸ਼ਟੀ ਦੇ ਅੰਦਰ ਆਤਮਾ ਹੈ, ਜਿਹੜੀਆਂ ਜਾਨਦਾਰ ਚੀਜ਼ਾਂ ਹੈ, ਬੇਸ਼ੱਕ ਉਹ ਪਰਮਾਤਮਾ ਦਾ ਹੀ ਰੂਪ ਹੈ, ਪਰਮਾਤਮਾ ਦੇ ਆਪਣੇ ਅੰਦਰ ਕੋਈ ਆਤਮਾ ਨਹੀਂ, ਉਹ ਅਨਾਤਮ ਹੈ, ਉਹ ਖੁਦ ਹੀ ਆਤਮਾ ਹੈ, ਪਰਮਾਤਮਾ। ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾ, ਸਾਰਿਆਂ ਦੇ ਲਾਇਕ ਹੈ, ਸਾਰਿਆਂ ਦਾ ਘਾਇਕ ਹੈ, ਔਰ ਸਾਰਿਆਂ ਨੂੰ ਪ੍ਰਤੀਪਾਲਨਾ ਕਰਦਾ। ਸਰਬ ਗੰਤਾ ਸਰਬ ਹੰਤਾ, ਸਰਬ ਤੇ ਅਨਪੇਖ, ਸਾਰਿਆਂ ਨੂੰ ਉਹ ਲੈ ਕਰਦਾ ਹੈ, ਸਾਰਿਆਂ ਤੇ ਅਨਪੇਖ ਹੈ, ਕਿਸੇ ਭੇਖ 'ਚ ਨਹੀਂ ਹੈ, ਅਲੱਗ ਹੈ। ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ, ਜਿੰਨੇ ਵੀ ਸ਼ਾਸਤਰ ਹੈ, ਧਾਰਮਿਕ ਗ੍ਰੰਥ ਹੈ, ਉਹ ਨਹੀਂ ਜਾਣਦੇ ਵੀ ਉਹਦਾ ਕਿਹੜਾ ਰੂਪ ਹੈ, ਕਿਹੜਾ ਰੇਖ ਹੈ, ਕਿਹੜਾ ਰੰਗ ਹੈ। ਪਰਮ ਵੇਦ ਪੁਰਾਣ ਜਾਂ ਕੈ ਨੇਤ ਭਾਖਤ ਨਿਤ, ਜਿਹੜੇ ਵੇਦ ਪੁਰਾਣ ਹੈ ਉਹ ਵੀ ਨੇਤ ਉਹਨੂੰ ਕਹਿੰਦੇ ਆ ਵੀ ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ। ਬਣ ਤ੍ਰੈਣ ਸਭ ਉਹਨੂੰ ਭਾਖ ਰਹੇ ਹੈ ਵੀ ਤੂੰ ਪਰਮ ਹੈ, ਤੂੰ ਪਰਮ ਹੈ, ਤੂੰ ਮਹਾਨ ਹੈ, ਤੂੰ ਗ੍ਰੇਟੈਸਟ ਹੈ, ਤੂੰ ਸੁਪਰੀਮ ਹੈ। ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਈ ਵੋ ਚਿਤ, ਕਿੰਨੇ ਹੀ ਕਈ ਇੱਕ ਸਿਮਰਤੀਆਂ ਪੁਰਾਣ ਸ਼ਾਸਤਰ ਪੜ੍ਹ ਕੇ ਵੀ ਇਹ ਪਤਾ ਨਹੀਂ ਲੱਗਦਾ ਵੀ ਤੂੰ ਕਿਆ ਹੈ, ਚਿੱਤ ਵਿੱਚ ਨਹੀਂ ਤੂੰ ਆਉਂਦਾ ਹੈ। ਕਿਉਂਕਿ ਸਾਧ ਸੰਗਤ ਜੀਓ, ਗੁਰਬਾਣੀ ਜਿਹੜੀ ਹੈ ਇਹ ਹੈਗੀ ਹੈ
ਪਰਮਾਤਮਾ ਤੋਂ ਆਈ ਹੋਈ, ਨਾਜ਼ਲ ਹੋਈ ਹੋਈ। ਜਿਹੜੇ ਇਹ ਸਿਮਰਤੀਆਂ ਪੁਰਾਣ ਸ਼ਾਸਤਰ ਹੈ, ਇਹ ਰਿਸ਼ੀਆਂ ਦੁਆਰਾ ਲਿਖੇ ਗਏ ਹੈ। ਇਹ ਕਥਾ ਕਹਾਣੀ ਵੇਦੀ ਆਣੀ, ਪਾਪ ਪੁੰਨ ਵਿਚਾਰ। ਜਿਹੜੀ ਹੈਗੀ ਗੁਰਬਾਣੀ, ਇਹ ਗੁਰਮੁਖਾਂ ਨੇ ਆਖੀ ਹੈ, ਗੁਰਮੁਖਾਂ ਨੇ ਕਹੀ ਹੈ, ਗੁਰਮੁਖ ਹੀ ਇਹਨੂੰ ਸਮਝਾਉਂਦੇ। ਅੰਮ੍ਰਿਤ ਬਾਣੀ ਹਮੇਸ਼ਾ ਵਾਸਤੇ ਗੁਰਮੁਖਾਂ ਤੋਂ ਹੀ ਆਈ ਹੈ, ਗੁਰਮੁਖਾਂ ਦੁਆਰਾ ਹੀ ਸਮਝਾਈ ਜਾਂਦੀ ਹੈ, ਔਰ ਇਹ ਰੱਬੀ ਬਾਣੀ ਹੈ। ਬੇਸ਼ੱਕ ਸਾਡੇ ਭਰਾ ਵੇਦਾਂ ਨੂੰ ਵੀ ਰੱਬੀ ਮੰਨਦੇ ਆ, ਪਰ ਗੁਰਮਤਿ ਦਾ ਐਸਾ ਖਿਆਲ ਨਹੀਂ। ਉਹਨਾਂ ਨੂੰ ਰੱਬੀ ਬਾਣੀ ਨਹੀਂ ਸਮਝਿਆ ਜਾਂਦਾ ਗੁਰੂ ਸਾਹਿਬ ਔਰ ਭਗਤ ਸਾਹਿਬਾਨਾਂ ਦੇ ਦੁਆਰਾ। ਮੁਬਾਰਕ ਉਹ ਵੀ ਹੈ ਉਹਨਾਂ ਵਾਸਤੇ, ਜਿਵੇਂ ਵੀ ਕੋਈ ਸਮਝਦਾ, ਪਰ ਆਪਾਂ ਗੁਰੂ ਦੀ ਬਾਤ ਦਾ ਅਨੁਸਰਨ ਕਰਨਾ। ਸੋ ਸਾਧ ਸੰਗਤ ਜੀਓ, ਮਧੁਪਾਰ ਛੰਦ ਤੋਇ ਪ੍ਰਸਾਦ, ਗੁਣ ਗਨ ਉਦਾਰ, ਮਹਿਮਾ ਅਪਾਰ। ਉਦਾਰਤਾ, ਜੈਨਰੋਸਿਟੀ, ਤੂੰ ਗੁਣਾਂ ਨਾਲ ਭਰਿਆ ਹੋਇਆ ਹੈ, ਉਦਾਰਤਾ ਵਾਲਿਆਂ ਨਾਲ। ਤੇਰੀ ਮਹਿਮਾ ਅਪਾਰ ਹੈ, ਆਸਨ ਅਭੰਗ ਹੈ ਤੇਰਾ, ਭੰਗ ਨਹੀਂ ਕਰਿਆ ਜਾ ਸਕਦਾ, ਤੂੰ ਸਦਾ ਵਾਸਤੇ ਹੈ। ਉਪਮਾ ਅਨੰਗ, ਪਰਫੈਕਟ ਤੇਰੀ ਉਪਮਾ ਹੈ, ਤੇਰੇ ਨਾਲ ਕਿਸੇ ਹੋਰ ਨੂੰ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਅਨਭਉ ਪ੍ਰਕਾਸ਼, ਆਪਣੇ ਆਪ ਤੋਂ ਤੇਰਾ ਪ੍ਰਕਾਸ਼ ਹੈ, ਨਿਸਤਿਨ ਅਨਾਸ ਹੈ। ਹਰ ਇੱਕ ਦਿਨ ਰਾਤ ਤੂੰ ਨਾਸ਼ ਰਹਿਤ ਹੈ, ਯਾਨੀ ਤੂੰ ਹਰ ਵਕਤ ਰਹਿਣਾ। ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ, ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਮਤਲਬ ਹੈ ਨਾਸ ਤੋਂ। ਆ ਜਾਨ ਬਾਹ, ਤੇਰੀਆਂ ਜਿਹੜੀਆਂ ਬਾਹਾਂ ਹੈ ਉਹ ਬਹੁਤ ਲੰਬੀਆਂ ਹੈ, ਗੋਡਿਆਂ ਤੱਕ ਕਹਿੰਦੇ ਆ ਜਾਨ ਬਾਹ। ਸਾਧ ਸੰਗਤ ਜੀਓ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੀਆਂ ਜਿਹੜੀਆਂ ਬਾਹਾਂ ਸੀ ਉਹ ਬਹੁਤ ਲੰਬੀਆਂ ਸੀ। ਉਹਨਾਂ ਦਿਨਾਂ ਵਿੱਚ ਇਹ ਅਕਸਰ ਚਰਚਾ ਹੁੰਦੀ ਸੀ ਵੀ ਜਿਹੜੀਆਂ ਲੰਬੀਆਂ ਬਾਹਾਂ ਵਾਲਾ ਮਹਾਂਪੁਰਸ਼ ਹੁੰਦਾ ਹੈ, ਉਹ ਰੱਬੀ ਰੂਪ ਹੁੰਦਾ, ਕੁਦਰਤ ਵੱਲੋਂ ਹੁੰਦੀਆਂ ਇਹ। ਹਰ ਬੰਦੇ ਦੀ ਬਾਹਾਂ ਲੰਬੀਆਂ ਨਹੀਂ ਹੁੰਦੀਆਂ। ਆ ਜਾਨ ਬਾਹ, ਇੱਥੇ ਮੁਰਾਦ ਇਹ ਹੈ ਵੀ ਤੇਰੀਆਂ ਬਾਹਾਂ ਬਹੁਤ ਲੰਬੀਆਂ, ਤੇਰਾ ਜਿਹੜਾ ਤੇਰੀ ਸੱਤਾ ਹੈ ਬਹੁਤ ਦੂਰ ਤੱਕ ਹੈ, ਸਭ ਤੇਰੇ ਹੇਠ ਹੈ। ਸ਼ਾਹਨਸ਼ਾਹ ਹੈ ਤੂੰ, ਸ਼ਾਹਾਂ ਦਾ ਵੀ ਸ਼ਾਹ ਹੈ, ਰਾਜਿਆਂ ਦਾ ਵੀ ਰਾਜਾ ਹੈ, ਰਾਜਾਨ ਰਾਜ। ਪਾਨਾਨ ਭਾਨ, ਸੂਰਜਾਂ ਦਾ ਸੂਰਜ ਹੈ, ਸੂਰਜ ਨੂੰ ਸੱਤਾ ਤੇਰੇ ਤੋਂ ਆਉਂਦੀ ਹੈ। ਦੇਵਾਨ ਦੇਵ, ਦੇਵਤਿਆਂ ਦਾ ਵੀ ਦੇਵਤਾ ਹੈ। ਉਪਮਾ ਮਹਾਨ, ਤੇਰੀ ਉਪਮਾ ਬਹੁਤ ਮਹਾਨ ਹੈ। ਇੰਦਰਾਨ ਇੰਦਰ, ਇੰਦਰਾਂ ਦਾ ਵੀ ਇੰਦਰ ਹੈ ਤੂੰ। ਅਸੀਂ ਇੱਕ ਇੰਦਰ ਨੂੰ ਬੜਾ ਕਰਦੇ ਹਾਂ, ਗੁਰਬਾਣੀ ਫਰਮਾਉਂਦੀ ਹੈ ਵੀ ਤੂੰ ਇੰਦਰਾਂ ਦਾ ਵੀ ਇੰਦਰ ਹੈ, ਤੂੰ ਬਹੁਤ ਮਹਾਨ ਹੈ। ਬਾਲਾਨ ਬਾਲ, ਅਰਥ ਤਾਂ ਇਹ ਵੀ ਕਰੇ ਜਾਂਦੇ ਵੀ ਛੋਟੇ ਬਾਲਾਂ ਦੀ ਤਰ੍ਹਾਂ ਵੀ ਹੈ, ਛੋਟੇ ਤੋਂ ਛੋਟਾ। ਪਰ ਸਾਧ ਸੰਗਤ ਜੀਓ, ਇਹ ਬਾਲਾਨ ਸ਼ਬਦ ਉਰਦੂ ਫਾਰਸੀ ਦੇ ਵਿੱਚ ਉਚਾਈ ਖਾਤਰ ਵਰਤਿਆ ਜਾਂਦਾ ਹੈ। ਉੱਚੇ ਪਹਾੜਾਂ ਨੂੰ ਵੀ ਬਾਲਾ ਪਹਾੜ ਕਹਿੰਦੇ ਆ, ਯਾਨੀ ਦਰਖਤ ਉੱਚਾ ਹੋਵੇ ਉਹਨੂੰ ਵੀ ਕਹਿੰਦੇ ਬਾਲਾ। ਤੂੰ ਉੱਚਿਆਂ ਤੋਂ ਵੀ ਉੱਚਾ ਹੈ। ਇੱਕ ਸ਼ੇਅਰ ਹੈ, ਉੱਥੋਂ ਸਮਝਿਓ ਆਪ ਇਹਦਾ ਮਤਲਬ ਕਿਆ ਹੈ। बादल को क्या खबर कि बरखा की चाह में, कई बुलंदे वाला सजर राख हो गए। सजर होने दरख्त, बुलंदे वाला बहुत ऊंचाई वाले जिकन बोड़ होंगे या कोई होर दरख्त है जे पिपल का दरख्त होंदा है, चाहे सफेदे का भी कह लो, जिहड़े ऊंचे दरख्त होने उन्होंने बालान बाला कहने। तो बालान बाल है, तू ऊंचा तो भी ऊंचा है। रंकान रंक, गरीबां दा गरीब भी है। देखो एक पासड़ ख्याल नहीं चलता गुरबाणी च, तू राजियां दा राजा भी नहीं है, तू गरीबां दा गरीब भी नहीं है। सब तो बड़ा गरीब भी तू ही है, राजियां दा बड़ा राजा भी तू ही है। इन बिटवीन गल आ गई। कालान काल, सारियां कालां दा काल है, महाकाल दा भी काल है, सब दा काल है। अनभूत अंग, तेरा शरीर एलीमेंट्स का नहीं बनया होया, जिमें सब मनुख का 5 तत्तां तो बनती है, तू बिना 5 तत्तां तो। आबा अभंग, तेरी आबा तेरी शोभा अभंग है, बहुत है, मिटाई नहीं जा सकती। गत मित अपार, तेरी गत तेरी मिति अंदाजा अपार है, लाया ही नहीं जा सकता।
ਗੁਣਗਨ ਉਦਾਰ, ਤੂੰ ਬਹੁਤ ਜੈਨਰਸ ਹੈ। ਮੁਨਗਨ ਪ੍ਰਣਾਮ, ਸਾਰੇ ਮੁਨੀਗਣ ਜਿੰਨੇ ਵੀ ਹੈ ਉਹ ਤੈਨੂੰ ਪ੍ਰਣਾਮ ਕਰਦੇ, ਤੈਨੂੰ ਬੜਾ ਕਰਦੇ, ਤੈਨੂੰ ਧਿਆਉਂਦੇ। ਨਿਰਭੈ ਨਿਕਾਮ, ਤੂੰ ਨਿਰਭਉ ਵੀ ਹੈ, ਨਿਕਾਮ ਵੀ ਹੈ, ਕਾਮਨਾ ਰਹਿਤ ਵੀ ਹੈ। ਅਤ ਦੁੱਤ ਪ੍ਰਚੰਡ, ਦੁੱਤ ਹੁੰਦੀ ਹੈ ਸਾਧ ਸੰਗਤ ਜੀਓ ਰੋਸ਼ਨੀ, ਪ੍ਰਕਾਸ਼। ਤੇਰਾ ਪ੍ਰਕਾਸ਼ ਪ੍ਰਚੰਡ ਹੈ, ਬਹੁਤ ਜ਼ਿਆਦਾ ਹੈ, ਕਈ ਸੂਰਜਾਂ ਜਿੰਨਾ ਤੇਰਾ ਪ੍ਰਕਾਸ਼ ਹੈ। ਗਤ ਮਿਤ ਅਖੰਡ, ਆਲਿਸਿਆ ਕ੍ਰਮ, ਆਲਿਸਿਆ ਹੁੰਦੇ ਜਗਤ ਨੂੰ ਜਿਹੜੀ ਨਚਾਉਣ ਦੀ ਕਿਰਿਆ ਤੂੰ ਕਰ ਰਿਹਾ, ਉਹ ਆਲਿਸਿਆ ਕਰਨ। ਸਾਰਾ ਜਗਤ ਨੱਚ ਰਿਹਾ ਤੇਰੇ ਹੁਕਮ ਦੇ ਵਿੱਚ। ਓੰਕਾਰ ਆਕਾਰ ਕਰ, ਮੱਖੀ ਇੱਕ ਉਪਾਈ ਮਾਇਆ, ਭਾਈ ਗੁਰਦਾਸ ਜੀ। ਓੰਕਾਰ ਆਕਾਰ ਕਰ, ਮੱਖੀ ਇੱਕ ਉਪਾਈ ਮਾਇਆ। ਬ੍ਰਹਮੇ ਵਿਸ਼ਨ ਮਹੇਸ਼, 10 ਅਵਤਾਰ ਬਾਜ਼ਾਰ ਨਚਾਇਆ। ਸਾਰੀ ਸ੍ਰਿਸ਼ਟੀ ਵੀ ਜਿੰਨੇ ਵੀ ਪੈਗੰਬਰ ਅਵਤਾਰ ਹੋਏ ਹੈ, ਤੈਂ ਮਾਇਆ ਦੇ ਨਾਚ ਵਿੱਚ ਨਚਾਏ ਹੋਏ। ਬ੍ਰਹਮਾ ਵਿਸ਼ਨ ਮਹੇਸ਼ ਤਰੈ, 10 ਅਵਤਾਰ ਬਾਜ਼ਾਰ ਨਚਾਇਆ, ਭਾਈ ਗੁਰਦਾਸ ਜੀ। ਇਹਨੂੰ ਕਹਿੰਦੇ ਆਲਿਸਿਆ ਕਰਨ। ਸਭ ਮਾਇਆ ਦੇ ਮਗਰ ਪਏ ਹੋਏ ਆ, ਤੈਨੂੰ ਭੁੱਲ ਗਏ। ਜਿਨ੍ਹਾਂ ਨੂੰ ਤੈਂ ਸੱਤਾ ਦੇ ਕੇ ਭੇਜਿਆ ਸੀ ਵੀ ਮੈਨੂੰ ਬੜਾ ਕਰਿਓ, ਮੇਰੀ ਸੁਪਰੀਮੇਸੀ ਜਹਾਨ ਦੇ ਵਿੱਚ ਦੱਸਿਓ, ਜਾ ਕੇ ਕਰਿਓ, ਉਹ ਆਪਣੇ ਆਪ ਨੂੰ ਹੀ ਸੁਪਰੀਮੇਸੀ ਕਰਨ ਲੱਗ ਪਏ, ਆਪਣੇ ਆਪ ਨੂੰ ਬੜਾ ਕਰਨ ਲੱਗ ਪਏ ਜਗਤ ਵਿੱਚ ਆ ਕੇ। ਆਦਿਸਿਆ ਧਰਮ, ਤੇਰਾ ਧਰਮ ਸਭ ਦੇ ਉੱਪਰ ਲਾਗੂ ਹੈ। ਚਾਰੇ ਕੁੰਟਾਂ ਵਿੱਚ ਤੇਰਾ ਧਰਮ ਚੱਲਦਾ ਹੈ, ਜਿਹੜਾ ਕਿ ਦਿਸਦਾ ਵੀ ਹੈ। ਸਰਬਾ ਭਰਨਾਡਿਆ, ਤੂੰ ਸਾਰਿਆਂ ਨੂੰ ਭਰਨ ਵਾਲਾ, ਯਾਨੀ ਸਭ ਨੂੰ ਤੂੰ ਰੋਜ਼ੀ ਰੋਟੀ ਦਿੰਦਾ। ਅੰਡ ਅੰਡ ਵਾਢਿਆ, ਤੈਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਦੰਡ ਦੇਣਾ। ਤੈਨੂੰ ਕੋਈ ਬੰਦਾ ਚੇਸਟਾਈਜ਼ ਨਹੀਂ ਕਰ ਸਕਦਾ, ਸਜ਼ਾ ਨਹੀਂ ਦੇ ਸਕਦਾ। ਚਾਚਰੀ ਛੰਦ ਤਵੈ ਪ੍ਰਸਾਦ, ਗੋਬਿੰਦੇ ਮੁਕੰਦੇ, ਪਰਮਾਤਮਾ ਦੇ ਨਾਮ ਹੈ, ਮੁਕਤੀਦਾਇਕ ਮੁਕੰਦਾ। ਉਦਾਰੇ ਅਪਾਰੇ, ਉਦਾਰ ਜੈਨਰਸ, ਅਪਾਰ ਜਿਹਦਾ ਕੋਈ ਬੰਨਾ ਹੀ ਨਾ ਹੋਵੇ। ਹਰੀਅੰ ਕਰੀਅੰ, ਨਿਰਨਾਮੇ ਅਕਾਮੇ, ਤੂੰ ਸਾਧ ਸੰਗਤ ਜੀਓ ਹਰੀ ਵੀ ਹੈ, ਸਭ ਨੂੰ ਹਰਾ ਕਰਨ ਵਾਲਾ ਵੀ ਹੈ, ਕਰੀਅੰ ਕਰਨ ਵਾਲਾ ਹੈ। ਨਿਰਨਾਮੇ, ਤੇਰਾ ਕੋਈ ਨਾਮ ਵੀ ਹੈ ਨਹੀਂ। ਅਕਾਮੇ, ਤੇਰਾ ਤੈਨੂੰ ਕੋਈ ਕਾਮਨਾ ਵੀ ਹੈ ਨਹੀਂ। ਭੁਜੰਗ ਪ੍ਰਿਆਤ ਛੰਦ, ਚਤਰ ਚੱਕਰ ਕਰਤਾ। ਚਤਰ ਮੈਨੇ ਚਾਰ, ਸੰਸਕ੍ਰਿਤ ਵਿੱਚ ਚਾਰ ਚਤਰ ਨੂੰ ਕਹਿੰਦੇ, ਚਤੁਰਥੀ। ਔਰ ਚਤਰ ਚੱਕਰ ਹੁੰਦੇ ਹੈ ਸਾਧ ਸੰਗਤ ਜੀ, ਉਹ ਦਿਸ਼ਾ ਜਾਂ ਕੋਰਨਰ, ਕਿਨਾਰੇ, ਦਿਸ਼ਾ ਵਿਸ਼ਾ ਜਿੱਕਣ ਗੱਲਬਾਤ ਆਈ ਸੀ। ਚਤਰ ਚੱਕਰ ਕਰਤਾ, ਸਾਰਾ ਕੁਝ ਤੈਂ ਹੀ ਬਣਾਇਆ ਹੋਇਆ। ਚਤਰ ਚੱਕਰ ਹਰਤਾ, ਔਰ ਚਾਰੇ ਕੁੰਟਾਂ ਨੂੰ ਤੂੰ ਹੀ ਹਰਨੇ ਵਾਲਾ ਹੈ, ਲੈ ਕਰਨੇ ਵਾਲਾ। ਚਤਰ ਚੱਕਰ ਦਾਨੇ, ਸਾਰਿਆਂ ਨੂੰ ਦਾਨ ਵੀ ਤੂੰ ਹੀ ਦਿੰਦਾ। ਔਰ ਚਤਰ ਚੱਕਰਾਂ ਦੇ ਵਿੱਚ, ਚਾਰੇ ਕੁੰਡਾਂ ਦੇ ਵਿੱਚ ਤੂੰ ਜਾਣਿਆ ਜਾਂਦਾ। ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਸਭ ਜਗ੍ਹਾ ਤੂੰ ਹੀ ਵਰਤ ਰਿਹਾ, ਤੂੰ ਹੀ ਭਰ ਰਿਹਾ। ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਸਭ ਨੂੰ ਪਾਲ ਵੀ ਤੂੰ ਹੀ ਰਿਹਾ, ਸਭ ਦਾ ਕਾਲ ਵੀ ਤੂੰ ਹੀ ਹੈ। ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਾਰ ਚਫੇਰੇ, ਚਾਰੇ ਕੁੰਡਾਂ 'ਚ, ਚਾਰੇ ਕੋਰਨਰ ਵਿੱਚ ਤੂੰ ਹੀ ਹੈ, ਤੇਰਾ ਹੀ ਵਾਸਾ ਹੈ। ਚਤਰ ਚੱਕਰ ਮਾਨੀਐ, ਚਤਰ ਚੱਕਰ ਦਾਨੀਐ, ਚਾਰੇ ਕੁੰਡਾਂ 'ਚ ਤੈਨੂੰ ਮੰਨਿਆ ਜਾਂਦਾ, ਤੂੰ ਸਰਬ ਮਾਨਿਆ ਹੈ। ਔਰ ਤੂੰ ਸਾਰਿਆਂ ਨੂੰ ਦਾਨ ਵੀ ਦਿੰਦਾ। ਸਾਰਾ ਦਾਨ ਪਰਮਾਤਮਾ ਦਿੰਦਾ ਹੈ, ਬਾਕੀ ਸਭ ਲੋਕ ਮੰਗਤੇ ਹੈ। ਦੇਖੋ ਸਾਧ ਸੰਗਤ ਜੀਓ, ਸਭ ਕੋ ਦਾਤਾ ਰਾਮ ਹੈ। ਦਾਤਾ ਰਾਮ ਹੈ ਜਾਂ ਗੁਰੂ ਹੈ, ਉਹਨਾਂ ਤੋਂ ਬਿਨਾਂ ਕੋਈ ਦਾਤਾ ਨਹੀਂ, ਬਾਕੀ ਸਭ ਮੰਗਤੇ ਹੈ। ਦੂਸਰ ਨਾਹੀਂ ਕੋਇ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ, ਨਾ ਤੇਰਾ ਕੋਈ ਦੁਸ਼ਮਣ ਹੈ, ਨਾ ਤੇਰਾ ਕੋਈ ਮਿੱਤਰ ਹੈ। ਨਾ ਭਰਮੰ ਨਾ ਪਿੱਤਰੈ, ਤੈਨੂੰ ਕੋਈ ਭਰਮ ਨਹੀਂ, ਤੈਨੂੰ ਕੋਈ ਡਰ ਨਹੀਂ। ਨਾ ਕਰਮੰ ਨਾ ਕਾਏ, ਨਾ ਤੂੰ ਕੋਈ ਕਰਮ ਕਰਦਾ ਨਿਸ਼ਕਰੀ ਹੈ, ਨਾ ਤੇਰਾ ਕੋਈ ਸਰੀਰ ਹੈ। ਅਜਨਮੰ ਅਜਾਏ,
ਤੂੰ ਜਨਮ ਰਹਿਤ ਹੈ, ਤੂੰ ਜਗ੍ਹਾ ਰਹਿਤ ਹੈ। ਜਾਏ ਇਹਦੇ 'ਚ ਫਾਰਸੀ ਦੇ ਵੀ ਜਗ੍ਹਾ ਨੂੰ ਕਹਿੰਦੇ, ਜਿਹਦਾ ਬਹੁਵਚਨ ਜਾਈ ਬਣਦਾ। ਤੋ ਸਾਧ ਸੰਗਤ ਜੀਓ, ਇਹ ਤਾਂ ਅਸੀਂ ਅੱਜ ਦੀ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਥੋੜ੍ਹੀ ਜਿਹੀ ਵਿਚਾਰ ਹੋਰ ਕਰਦੇ ਹਾਂ। ਸਮਾਂ ਹੈ ਆਪਣੇ ਕੋਲ ਅਜੇ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਇਹਦੀ ਵਿਚਾਰ ਗੁਰਬਾਣੀ 'ਚ ਖੋਲ੍ਹੀ ਹੋਈ ਹੈ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨਮੁਖ ਮੂਲ ਨਾ ਜਾਣਨੀ, ਮਾਨਸ ਹਰਿਮੰਦਰ ਨਾ ਹੋਏ। ਹਰੀ ਦਾ ਮੰਦਰ ਇਹ ਸਰੀਰ ਹੈ ਭਾਈ, ਔਰ ਗਿਆਨ ਰਤਨ ਜਿਹੜਾ ਗੁਰੂ ਦਾ ਗਿਆਨ ਹੁੰਦਾ ਉਹਦੇ ਨਾਲ ਇਹ ਪ੍ਰਗਟ ਹੁੰਦਾ। ਇਹ ਪਤਾ ਚੱਲਦਾ ਵੀ ਇਹ ਹਰਿਮੰਦਰ ਹੈ, ਜਿਹੜਾ ਸਰੀਰ ਹੈ। ਪਰ ਮਨਮੁੱਖ ਹੈ ਜਿਹੜੇ ਗੁਰੂ ਨੂੰ ਨਹੀਂ ਮੰਨਦੇ, ਆਪਣੇ ਮਨ ਨਾਲ ਚੱਲਦੇ ਆ, ਉਹਨਾਂ ਨੂੰ ਮੂਲੋਂ ਹੀ ਇਸ ਗੱਲ ਦਾ ਪਤਾ ਨਹੀਂ। ਉਹ ਮਾਨਸ ਸਰੀਰ ਨੂੰ ਹਰਿਮੰਦਰ ਨਹੀਂ ਸਮਝਦੇ, ਕਿਤੇ ਬਾਹਰ ਸਮਝਦੇ। ਸਾਧ ਸੰਗਤ ਜੀ, ਜਿੱਥੇ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਜੀ ਹੈ, ਉਹ ਸਤਿਕਾਰਤ ਹੈ, ਸਿੱਖਾਂ ਵਾਸਤੇ ਪੂਜਨੀਕ ਹੈ। ਉਹਨਾਂ ਦੀ ਉਹ ਜਿਹੜੀ ਬਣਤਰ ਹੈ, ਉਹ ਅੰਦਰ ਤੋਂ ਹੀ ਗੁਰੂ ਸਾਹਿਬ ਨੇ ਕਲਪਨਾ ਕਰਕੇ ਬਣਾਈ ਹੋਈ ਹੈ। ਜੋ ਕੁਛ ਅੰਦਰ ਹੁੰਦਾ ਉਹੀ ਬਾਹਰ ਹੁੰਦਾ। ਦੇਖੋ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੱਡਾ ਵੱਡਾ ਹੈ, ਸਰੋਵਰ ਵੀ ਹੈ। ਉਹਦੇ ਵਿੱਚ ਜਿੱਥੇ ਜਿਹੜੀ ਸਭ ਤੋਂ ਇਨਰਮੋਸਟ ਏਰੀਆ ਹੈ, ਸੈਂਕਟਮ ਸੈਂਕਟੋਰਮ, ਜਿੱਥੇ ਪ੍ਰਕਾਸ਼ ਹੈ, ਜਿੱਥੇ ਬੈਠ ਕੇ ਕੀਰਤਨ ਹੁੰਦਾ, ਉਹ ਐਂ ਸਮਝ ਲਓ ਵੀ ਬੰਦੇ ਦਾ ਮਨ ਹੈ। ਇਹਦਾ ਜ਼ਿਕਰ ਵੀ ਆ ਰਿਹਾ ਗੁਰਬਾਣੀ 'ਚ। ਹਰਿਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਭਾਏ। ਇਸ ਹਰਿਮੰਦਰ ਸਰੀਰ ਦੇ ਵਿੱਚ ਮਨ ਲੋਹਾ ਹੈ, ਦੂਜੇ ਭਾਉ ਦੀ ਮੈਲ ਲੱਗੀ ਹੋਈ ਹੈ ਇਹਨੂੰ। ਤੋ ਸਾਧ ਸੰਗਤ ਜੀ, ਉਹ ਹਰਿਮੰਦਰ ਸਾਹਿਬ ਦਾ ਜਿਹੜੀ ਬਣਤਰ ਹੈ, ਉਹ ਉਹਦੇ ਕਮਲ ਦੀ ਤਰ੍ਹਾਂ ਹੈ। ਧਿਆਨ ਨਾਲ ਦੇਖਣ ਤੋਂ ਪਤਾ ਚੱਲਦਾ ਹੈ। ਉਹ ਇੱਕ ਸੰਕੇਤ ਹੈ ਗੁਰੂ ਮਹਾਰਾਜ ਦਾ ਮਨੁੱਖ ਨੂੰ, ਬਈ ਤੁਹਾਡੇ ਸਭ ਦਾ ਜਿਹੜਾ ਕਮਲ ਹੈ ਭਾਈ, ਮੁੰਦਾ ਹੋਇਆ ਹੋਇਆ, ਇੱਥੇ ਆ ਕੇ ਉਹ ਸਿੱਧਾ ਹੋ ਜਾਊਗਾ ਬਾਣੀ ਨਾਲ। ਬਿਲਕੁਲ ਜਿਵੇਂ ਮਨੁੱਖ ਦੇ ਅੰਦਰ ਹੈ ਜਿਹੜਾ ਸਾਡਾ ਮਨ ਹੈ, ਮਨ ਦੇ ਵਿੱਚ ਜਿਹੜਾ ਕਮਲ ਕਲਪਿਆ ਜਾਂਦਾ, ਉਹ ਉਂਦਾ ਹੈ, ਪੁੱਠਾ ਹੈ। ਉਹ ਸਿੱਧਾ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ, ਗੁਰਬਾਣੀ ਨਾਲ। ਗੁਰਬਾਣੀ ਗੁਰੂ ਹੈ। ਤੋ ਹਰਿਮੰਦਰ ਮੈਂ ਮਨ ਲੋਹਟ ਹੈ। ਇਹ ਹਰਿਮੰਦਰ ਸਰੀਰ ਦੇ ਵਿੱਚ ਮਨ ਲੋਹਾ ਹੈ। ਜਦ ਇਹਨੂੰ ਪਾਰਸ ਦੀ ਭੇਂਟ ਹੋ ਗਈ, ਫਿਰ ਇਹਨੇ ਪਾਰਸ ਬਣ ਜਾਣਾ, ਫਿਰ ਇਹਨੇ ਕਾਂਚਨ ਵਰਗਾ ਹੋ ਜਾਣਾ, ਸੋਨੇ ਵਰਗਾ ਹੋ ਜਾਣਾ। ਪਾਰਸ ਭੇਂਟਿਆ ਕਾਂਚਨ ਪਿਆ, ਕੀਮਤ ਕਹੀ ਨਾ ਜਾਏ। ਜਦੋਂ ਗੁਰਬਾਣੀ ਦੀ ਭੇਂਟ ਹੋ ਗਈ, ਗੁਰੂ ਦੀ ਭੇਂਟ ਹੋ ਗਈ ਇਸ ਮਨ ਲੋਹੇ ਨੂੰ, ਤਾਂ ਇਹਨੇ ਸੋਨੇ ਵਰਗਾ ਹੋ ਜਾਣਾ, ਕਾਂਚਨ ਹੋ ਜਾਣਾ। ਕਾਂਚਨ ਸੋਨੇ ਨੂੰ ਕਹਿੰਦੇ, ਸ਼ੁੱਧ ਸੋਨਾ। ਹਰਿਮੰਦਰ ਮੈਂ ਹਰਿ ਵਸੈ, ਸਰਬ ਨਿਰੰਤਰ ਸੋਏ। ਉਹ ਜਿਹੜਾ ਸਭ ਜਗ੍ਹਾ ਵਸਿਆ ਹੋਇਆ ਪਰਮਾਤਮਾ ਹੈ, ਵਾਹਿਗੁਰੂ ਹੈ, ਉਹ ਇਹ ਹਰਿਮੰਦਰ ਸਰੀਰ ਦੇ ਵਿੱਚ ਵੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਜਿਹੜੇ 9 ਖੰਡ ਬਾਹਰ ਗਿਣੇ ਜਾਂਦੇ ਧਰਤੀ ਦੇ, ਸਾਰੀਆਂ ਪ੍ਰਿਥਵੀਆਂ, ਉਹਨਾਂ ਦਾ ਕਰਤਾ ਧਰਤਾ ਆਪਣੇ ਹਿਰਦੇ ਦੇ ਵਿੱਚ ਬੈਠਾ ਹੈ। ਜੋ ਬ੍ਰਹਿਮੰਡ ਦਾ ਮਾਲਕ ਹੈ ਸਾਰੇ ਦਾ, ਉਹ ਆਪਣੇ ਹਿਰਦੇ ਵਿੱਚ ਵੀ ਹੈ। ਹਰ ਬੰਦੇ ਦੇ ਅੰਦਰ ਹੈ। ਬ੍ਰਹਮ ਕੁੰਡ ਹਰ ਇੱਕ ਬੰਦੇ ਦੇ ਅੰਦਰ ਹੈ, ਉਹਦਾ ਨਾਮ ਹਰ ਇੱਕ ਦੇ ਅੰਦਰ ਹੈ। ਉਹ ਗੱਲ ਜੁਦੀ ਹੈ ਵੀ ਉਹ ਪ੍ਰਗਟ ਨਹੀਂ ਹੈ, ਪ੍ਰਗਟ ਹੁੰਦਾ ਕਿਸੇ ਵਿਧੀ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਜਦ ਗੁਰੂ ਕਿਸੇ ਦੀ ਹਉਮੈ ਤੋੜਦਾ, ਉਦੋਂ ਸਮਝ ਆਉਂਦੀ ਹੈ ਇਸ ਚੀਜ਼ ਦੀ ਵੀ ਇਹ ਤਾਂ ਜਿਹੜਾ ਸਰੀਰ ਹੈ ਤਾਂ ਹਰਿਮੰਦਰ ਹੈ। ਮਨਮੁੱਖਾਂ ਨੂੰ ਨਹੀਂ ਲੱਗਦਾ ਵੀ ਇਹ ਸਰੀਰ ਜਿਹੜਾ ਹਰਿਮੰਦਰ ਹੈ। ਇਸੀ ਕਰਕੇ ਇਹਦੇ ਵਿੱਚ ਨਸ਼ੇ, ਸ਼ਰਾਬਾਂ, ਕਬਾਬਾਂ, ਹੋਰ ਕਿੰਨੇ ਨਸ਼ੇ ਜਿਹੜੇ ਅੱਜ ਕੱਲ੍ਹ ਮਾਡਰਨ ਚੱਲ ਪਏ ਹੈ, ਕੈਮੀਕਲ ਨਸ਼ੇ, ਇਹਦੇ ਅੰਦਰ ਪਾਈ ਜਾ ਰਹੇ ਹੈ। ਨਾ ਖਾਣ ਵਾਲੀਆਂ ਚੀਜ਼ਾਂ ਇਹਦੇ ਅੰਦਰ ਧੱਕੀ ਜਾ ਰਹੇ ਹੈ। ਕਿਉਂਕਿ ਇਸ ਗੱਲ ਦਾ ਇਲਮ ਨਹੀਂ ਹੈ ਵੀ ਇਹ ਪਰਮਾਤਮਾ ਦਾ ਮੰਦਰ ਹੈ ਸਰੀਰ ਹੈ ਜਿਹੜਾ। ਨਾ ਇਹਨੂੰ ਗਲਤ ਕਰੀਏ, ਨਾ ਇਹਨੂੰ ਗੰਦਗੀ ਪਾਈਏ ਇਹਦੇ ਵਿੱਚ, ਇਹਨੂੰ ਸਾਫ਼ ਰੱਖੀਏ। ਆਪਾਂ ਅੱਖ ਨਾ ਖਾਈਏ, ਭਖਣੇ ਵਾਲੀ ਚੀਜ਼ ਭਖੀਏ। ਤੋ ਸਾਧ ਸੰਗਤ ਜੀਓ, ਹਰਿਮੰਦਰ ਹਰਿ ਜਿਉ ਸਾਜਿਆ, ਰਾਖਿਆ ਹੁਕਮ ਸਵਾਰ। ਇਹ ਉਹਨੇ ਆਪਣੇ ਹੁਕਮ ਦੇ ਵਿੱਚ ਹਰਿਮੰਦਰ ਸਾਜਿਆ ਹੋਇਆ, ਜਿਹੜਾ ਸਰੀਰ ਹੈ ਮਨੁੱਖ ਦਾ, ਉਹਦੇ ਹੁਕਮ ਵਿੱਚ ਹੈ।
ਹਰਮੰਦਰ ਇਹ ਜਗਤ ਹੈ ਗੁਰਬਿਨ ਘੋਰ ਅੰਧਾਰ। ਜਿਹੜਾ ਫਿਰ ਜਗਤ ਹੈ ਸਾਰਾ ਇਹ ਵੀ ਹਰਮੰਦਰ ਹੈ, ਕਿਉਂਕਿ ਇਹਦੇ ਵਿੱਚ ਵੀ ਉਹ ਬੈਠਾ ਹੈ। ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰਾ ਕਰੀਆ। ਇਹ ਜਿਹੜਾ ਵਿਸ਼ਵ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਵਿਸ਼ ਦਾ ਮਤਲਬ ਹੈ ਵਿਸ਼ਵ। ਇਹ ਸੰਸਾਰ ਵਿਸ਼ ਨਹੀਂ ਹੈ, ਇਹ ਵਿਸ਼ਵ ਪਰਮਾਤਮਾ ਦਾ ਰੂਪ ਹੈ, ਹਰਮੰਦਰ ਹੈ, ਉਹਦੀ ਬਾੜੀ ਹੈ, ਇਹ ਅੰਮ੍ਰਿਤ ਹੈ। ਇਹਦੇ ਵਿੱਚੋਂ ਬੈਠਾ ਹੈ ਜਗ ਸੱਚੇ ਕੀ ਹੈ ਕੋਰੜੀ ਸੱਚੇ ਕਾ ਵਿਚਵਾਸ। ਇਹਦੇ ਅੰਦਰ ਉਹ ਰਹਿੰਦਾ ਹੈ, ਜਗਤ ਵਿੱਚ ਵੀ ਰਹਿੰਦਾ ਹੈ ਤੇ ਇਹ ਮਨ ਵਿੱਚ ਵੀ ਉਹ ਰਹਿੰਦਾ ਹੈ। ਸਰੀਰ ਦੇ ਵਿੱਚ ਮਨ ਮੰਦਰ ਹੈ। ਹਰਮੰਦਰ ਮੈਂ ਨਾਮ ਨਿਧਾਨ ਹੈ, ਨਾ ਬੂਝੈ ਮੁਗਧ ਗਵਾਰ। ਮੂਰਖ ਮਹਾਮੂਰਖ ਇਸ ਗੱਲ ਨੂੰ ਬੁੱਝਦੇ ਨਹੀਂ ਹੈ ਵੀ ਇਹ ਹਰਮੰਦਰ ਦੇ ਵਿੱਚ ਇਹ ਨਾਮ ਦਾ ਖਜ਼ਾਨਾ ਹੈ। ਭਾਈ ਨੰਦ ਲਾਲ ਜੀ ਤੋਂ ਪੁੱਛੀਏ ਕਿਆ ਫਰਮਾ ਰਹੇ ਹੋ। ਚੂੰ ਗਦਾ ਜੋਇਦ ਊਰਾ ਕੂਬ ਕੂ। ਚੂੰ ਗਦਾ ਜੋਇਦ ਊਰਾ ਕੂਬ ਕੂ। ਬਾਦਸ਼ਾਹੇ ਹਰ ਦੋ ਆਲਮ ਦਰ ਦੇ ਲਸਤ। ਗਦਾ ਬੈਗਰ ਨੂੰ ਕਹਿੰਦੇ ਮੰਗਤੇ ਨੂੰ। ਚੂੰ ਗਦਾ ਜੋਇਦ ਊਰਾ ਕੂਬ ਕੂ। ਕੂਬ ਕੂ ਹੁੰਦਾ ਗਲੀ ਗਲੀ, ਮੰਗਤਾ ਗਲੀ ਗਲੀ ਫਿਰਦਾ ਮੰਗਤਾ। ਪਰ ਉਹਨੂੰ ਪਤਾ ਹੀ ਨਹੀਂ ਵੀ ਬਾਦਸ਼ਾਹੇ ਹਰ ਦੋ ਆਲਮ ਦਰ ਦੇ ਲਸਤ। ਜਿਸ ਚੀਜ਼ ਨੂੰ ਤੂੰ ਮੰਗਦਾ ਫਿਰਦਾ, ਤੀਰਥਾਂ ਦੇ ਉੱਪਰ ਭੌਣ ਕਰਦਾ ਫਿਰਦਾ ਹੈ, ਸਾਰੀ ਦੁਨੀਆ ਦਾ ਰਟਨ ਕਰਦਾ, ਉਹ ਤਾਂ ਤੇਰੇ ਅੰਦਰ ਹੈ। ਬਾਦਸ਼ਾਹੇ ਹਰ ਦੋ ਆਲਮ, ਦੋਹੇ ਜਿਹੜੇ ਆਲਮ ਹੈ ਲੋਕ ਪਰਲੋਕ ਸਾਰੇ, ਉਹਨਾਂ ਦਾ ਜਿਹੜਾ ਮਾਲਕ ਬਾਦਸ਼ਾਹ ਹੈ ਉਹ ਤਾਂ ਤੇਰੇ ਅੰਦਰ ਹੈ, ਤੂੰ ਫਿਰਦਾ ਬਾਹਰ ਟੋਲਦਾ ਉਹਨੂੰ। ਚੂੰ ਗਦਾ ਜੋਇਦ ਊਰਾ ਕੂਬ ਕੂ। ਬਾਦਸ਼ਾਹੇ ਹਰ ਦੋ ਆਲਮ ਦਰ ਦੇ ਲਸਤ, ਉਹ ਤੇਰੇ ਦਿਲ ਦੇ ਵਿੱਚ ਹੈ। ਇੱਕ ਹੋਰ ਜਗ੍ਹਾ ਉਹ ਫਰਮਾਉਂਦੇ ਚੂੰ ਕੁਜਾ ਬੀਰੂ ਰਵੀ ਬਹਿਰੇ ਸ਼ਿਕਾਰ। ਬਹਿਰ ਬਾਹਰ ਨੂੰ ਕਹਿੰਦੇ। ਉਹ ਬੰਦੇ ਤੂੰ ਰੱਬ ਦਾ ਬਾਹਰ ਕਾਤੇ ਸ਼ਿਕਾਰ ਕਰਨ ਲੱਗਿਆ, ਬਾਹਰ ਕਾਤੇ ਟੋਲ ਰਿਹਾ ਉਹਨੂੰ। ਅੰਦਰੂਨੇ ਖਾਨਾ ਅਤ ਨੂਰੇ ਅੱਲਾ। ਜਿਹੜਾ ਅੱਲਾ ਦਾ ਨੂਰ ਹੈ ਉਹ ਤਾਂ ਤੇਰੇ ਅੰਦਰ ਹੈ। ਅੰਦਰੂਨੇ ਖਾਨਾ, ਖਾਨਾ ਘਰ ਨੂੰ ਕਹਿੰਦੇ, ਅੰਦਰਲੇ ਘਰ ਵਿੱਚ ਹੈ, ਮਨ ਵਿੱਚ ਹੀ ਹੈ ਉਹ। ਬਾਹਰ ਟੋਲਦਾ ਫਿਰਦਾ ਤੂੰ, ਤੇਰੀ ਮੂਰਖਤਾ ਹੈ। ਹਿਰਨ ਦੀ ਤਰ੍ਹਾਂ ਤੈਨੂੰ ਸਮਝ ਨਹੀਂ ਆਉਂਦੀ ਵੀ ਕਸਤੂਰੀ ਤੇਰੇ ਅੰਦਰ ਹੈ। ਤੋ ਸਾਧ ਸੰਗਤ ਜੀ ਇਹ ਬਹੁਤ ਜ਼ੋਰ ਦੇ ਕੇ ਗੁਰੂ ਸਾਹਿਬਾਨ ਨੇ ਗੱਲ ਫਰਮਾਈ ਹੈ, ਬਾਤ ਕਹੀ ਹੈ ਵੀ ਜਿਹੜਾ ਇਹ ਸਰੀਰ ਹੈ ਇਹ ਮੰਦਰ ਹੈ। ਇਹ ਮੰਦਰ ਵੀ ਹੈ, ਇਹ ਘਰ ਵੀ ਹੈ, ਇਹ ਮਹਿਲ ਵੀ ਹੈ। ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ। ਇਹ ਘਰ ਵੀ ਹੈ, ਇਹ ਮੰਦਰ ਵੀ ਹੈ, ਇਹ ਮਹਿਲ ਵੀ ਹੈ। ਘਰ ਹੁੰਦਾ ਆਮ ਘਰ ਜਿਵੇਂ ਆਪਾਂ ਦਾ, ਮਹਿਲ ਹੁੰਦਾ ਰਾਜੇ ਦਾ, ਕਿਉਂਕਿ ਰੱਬ ਰਾਜਾ ਹੈ, ਮਹਾਰਾਜਾ ਹੈ, ਉਹ ਇਸ ਕਰਕੇ ਮਹਿਲ ਵੀ ਹੈ। ਤੇ ਮੰਦਰ ਹੁੰਦਾ ਜਿੱਥੇ ਦੇਵਤਾ ਹੁੰਦਾ ਕੋਈ ਟਿਕਾਇਆ ਹੋਇਆ। ਤਾਂ ਗੁਰੂ ਸਾਹਿਬ ਫਰਮਾਉਂਦੇ ਆ ਵੀ ਉਹ ਤਾਂ ਅੰਦਰ ਹੈ, ਇਸ ਕਰਕੇ ਇਹ ਫਿਰ ਮੰਦਰ ਵੀ ਹੈਗਾ, ਹਰਮੰਦਰ ਵੀ ਹੈਗਾ। ਇਹ ਵਿਚਾਰ ਹੈ। ਤੋ ਸਾਧ ਸੰਗਤ ਜੀਓ ਥੋੜੀ ਜਿਹੀ ਵਿਚਾਰ ਹੋਰ ਕਰਕੇ ਸਮਾਪਤੀ ਕਰੀਏ। ਦਸਵੇਂ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 4 ਸਪੁੱਤਰ ਆਪਾਂ ਜਾਣਦੇ ਹਾਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਦੋਵਾਂ ਨੇ ਚਮਕੌਰ ਦੋਨਾਂ ਨੇ ਮੈਦਾਨੇ ਚਮਕੌਰ ਦੇ ਵਿੱਚ ਸ਼ਹੀਦੀ ਪਾਈ। 2 ਨੀਹਾਂ ਦੇ ਵਿੱਚ ਚਿਣੇ ਗਏ, ਬਾਅਦ ਵਿੱਚ ਜ਼ਿਬਾ ਕੀਤੇ ਗਏ। ਉਹਨਾਂ ਦਾ ਆਪਾਂ ਨੂੰ ਪਤਾ ਸਿੱਖ ਜਗਤ ਨੂੰ, ਪਰ ਬਹੁਤ ਸਾਰਾ ਸਿੱਖ ਜਗਤ ਇਸ ਗੱਲ ਨੂੰ ਸ਼ਾਇਦ ਨਾ ਜਾਣਦਾ ਹੋਵੇ ਵੀ ਗੁਰੂ ਸਾਹਿਬ ਦੇ 4 ਪਾਲਤ ਪੁੱਤਰ ਵੀ ਥੇ ਅਡਾਪਟ ਕਰੇ ਹੋਏ, ਜਿਨ੍ਹਾਂ ਦੇ ਨਾਮ ਹੈ ਅਜੀਤ ਸਿੰਘ, ਬਾਵਾ ਚਰਨ ਸਿੰਘ, ਪੰਜਾਬ ਸਿੰਘ ਔਰ ਜ਼ੋਰਾਵਰ ਸਿੰਘ। 4 ਇਹ ਪਾਲਤ ਪੁੱਤਰ ਸੀ ਉਹਨਾਂ ਦੇ, ਮਾਤਾ ਸੁੰਦਰੀ ਜੀ ਨੇ ਅਡਾਪਟ ਕਰੇ ਹੋਏ। ਅਜੀਤ ਸਿੰਘ ਤਾਂ ਨਖਿੱਧ ਕਰੈਕਟਰ ਦਾ ਸੀਗਾ, ਉਹਨੇ ਤਾਂ ਸਿੱਖਾਂ ਦੇ ਬਰਖਲਾਫ ਮੁਗਲਾਂ ਦੇ ਨਾਲ ਸਾਂਠ ਗਾਂਠ ਕਰੀ ਹੋਈ ਸੀ। ਆਪਾਂ ਜ਼ਿਕਰ ਕਰਨਾ ਅੱਜ ਜ਼ੋਰਾਵਰ ਸਿੰਘ ਦਾ। ਉਹ ਇੱਕ ਗੁਰੂ ਦਾ ਪੱਕਾ ਸਿੱਖ ਸੀਗਾ, ਸੱਚਾ ਸਿੱਖ ਸੀਗਾ, ਉਹਨੇ ਸ਼ਹੀਦੀ ਵੀ ਪਾਈ ਹੈ। ਸਾਧ ਸੰਗਤ ਜੀ ਇਹ ਜਿਹੜਾ ਜ਼ੋਰਾਵਰ ਸਿੰਘ ਹੈ ਇਹ ਬਸੀ ਪਠਾਣਾ ਜਨਮਿਆ ਸੀ। ਛੋਟੇ ਸਾਹਿਬਜ਼ਾਦੇ ਦੇ ਨਾਲ ਪੜ੍ਹਦਾ ਹੁੰਦਾ ਸੀ, ਖੇਡਦਾ ਹੁੰਦਾ ਸੀ ਅਨੰਦਪੁਰ ਸਾਹਿਬ। ਮੈਦਾਨੇ ਚਮਕੌਰ ਦੇ ਵਿੱਚੋਂ ਇਹ ਸ਼ਾਮ ਨੂੰ ਨਿਕਲ ਗਿਆ। ਇਹ ਵੀ ਇਤਿਹਾਸ ਵਿੱਚ ਬਹੁਤਾ ਜ਼ਿਕਰ ਨਹੀਂ ਇਸ ਗੱਲ ਦਾ ਮਿਲਦਾ, ਕਿਉਂਕਿ ਇਹੋ ਜਿਹੇ ਘੇਰੇ 'ਚੋਂ ਨਿਕਲਣਾ ਵੀ ਪਹਿਲਾਂ ਕੋਈ ਸੌਖੀ ਗੱਲ ਨਹੀਂ ਸੀ।
ਬੂਰ ਮਾਜਰੇ ਨੂੰ ਹੁੰਦਾ ਹੋਇਆ ਕੋਟਲਾ ਨਿਹੰਗ ਪਹੁੰਚ ਗਿਆ। ਉੱਥੇ ਗੁਰਸਾ ਸਿੰਘ ਸੈਣੀ ਦੇ ਘਰ ਪਹੁੰਚ ਗਿਆ। ਕੋਟਲਾ ਨਿਹੰਗ ਜਿੱਥੇ ਭਾਈ ਬਚਿੱਤਰ ਸਿੰਘ ਦਾ ਵੀ ਆਖਰੀ ਸਾਸ ਲਿਆ ਸੀ, ਜਿਨ੍ਹਾਂ ਨੇ, ਜਿੱਥੇ ਗੁਰੂ ਸਾਹਿਬ ਵੀ ਸਰਸੇ ਤੋਂ ਬਾਅਦ ਆਉਂਦੇ ਆਉਂਦੇ ਪਰਿਵਾਰ ਵਿਛੋੜੇ ਤੋਂ ਬਾਅਦ ਕੁਛ ਚਿਰ ਲਈ ਠਹਿਰੇ ਸੀਗੇ। ਉਹੀ ਕੋਟਲਾ ਨਿਹੰਗ ਉੱਥੇ ਗੁਰਸਾ ਸਿੰਘ ਸੈਣੀ ਦੇ ਘਰ ਉਹ ਚਲਾ ਗਿਆ। ਉੱਥੇ ਤਰਖਾਣ ਬੱਗਾ ਸਿੰਘ ਵੀ ਆ ਗਿਆ। ਉਹਨਾਂ ਦੋਹਾਂ ਨੇ ਸੇਵਾ ਕਰੀ ਕਿਉਂਕਿ ਫੱਟ ਲੱਗੇ ਹੋਏ ਸੀਗੇ। ਔਰ ਤਿੰਨਾਂ ਨੇ ਮਿਲ ਕੇ, ਕੋਟਲਾ ਨਿਹੰਗ ਦਾ ਜਿਹੜਾ ਨਵਾਬ ਸੀਗਾ, ਔਰ ਬੱਗਾ ਸਿੰਘ, ਤਰਖਾਣ, ਗੁਰਸਾ ਸਿੰਘ ਸੈਣੀ, ਇਹਨਾਂ ਨੇ ਤਿੰਨਾਂ ਨੇ ਮਿਲ ਕੇ ਬਚਿੱਤਰ ਸਿੰਘ ਚੜ੍ਹਾਈ ਕਰ ਗਏ ਸੀ ਸ਼ਾਮ ਤਾਈਂ। ਉਹਦਾ ਸੰਸਕਾਰ ਵੀ ਅੰਦਰੇ ਕਰਿਆ ਕਿਲ੍ਹੇ ਦੇ। ਔਰ ਫਿਰ ਮੱਲਮ ਪੱਟੀ ਕੀਤੀ ਗਈ ਜ਼ੋਰਾਵਰ ਸਿੰਘ ਦੀ। ਉਸ ਤੋਂ ਬਾਅਦ ਕਿਉਂਕਿ ਉਹ ਜਿਹੜਾ ਜ਼ੋਰਾਵਰ ਸਿੰਘ ਤਾਂ ਉਹ ਪਹਿਲਾਂ ਮਲਕਪੁਰ ਦੀ ਲੜਾਈ ਜਿਹੜੀ ਹੋਈ ਸੀਗੀ ਸਰਸਾ ਦੇ ਇਰਦ ਗਿਰਦ, ਉਹ ਉਸ ਤੋਂ ਉਰਲੇ ਪਾਸੇ ਆ ਕੇ ਮਲਕਪੁਰ ਦੇ ਵਿੱਚ ਰੰਗੜਾ ਨੇ ਹਮਲਾ ਕਰਤਾ ਸੀਗਾ, ਉਹਦੇ 'ਚ ਉਹ ਫੱਟੜ ਹੋ ਗਿਆ ਸੀ। ਫਿਰ ਉਹ ਚਮਕੌਰ ਸਾਹਿਬ ਵੀ ਗੁਰੂ ਸਾਹਿਬ ਦੇ ਨਾਲ ਹੀ ਆ ਗਿਆ ਸੀ। ਰਾਤ ਨੂੰ ਕਿਸੇ ਤਰੀਕੇ ਨਾਲ ਸ਼ਾਮ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਨਿਕਲ ਕੇ ਬੂਰ ਮਾਜਰੇ ਦੀ ਹੁੰਦੇ ਹੋਏ ਕੋਟਲਾ ਨਿਹੰਗ ਪਹੁੰਚਿਆ ਸੀ। ਫਿਰ ਅਗਲੇ ਦਿਨ ਤਿੰਨੇ ਸੇਵਾ ਸਿੰਘ, ਬੱਗਾ ਸਿੰਘ ਅਤੇ ਗੁਰਸਾ ਸਿੰਘ ਸੈਣੀ ਬੈਲ ਗੱਡੀ 'ਚ ਪਾ ਕੇ ਉਹਦੀ ਭੂਆ ਭੂਪਾਂ ਕੋਲ, ਡਡਹੇੜੀ ਪਿੰਡ ਹੈ ਗੋਬਿੰਦਗੜ੍ਹ ਸਾਹਿਬ, ਗੋਬਿੰਦਗੜ੍ਹ ਦੇ ਨੇੜੇ ਤੇੜੇ, ਉੱਥੇ ਮਾਈ ਭੂਪਾਂ ਸੀਗੀ, ਭੂਆ ਲੱਗਦੀ ਸੀ ਉਹਨਾਂ ਦੀ ਜ਼ੋਰਾਵਰ ਸਿੰਘ ਦੀ, ਉਹਦੇ ਕੋਲ ਛੱਡਿਆ। ਚਲੋ ਉੱਥੇ ਉਹਨਾਂ ਦੀ ਮੱਲਮ ਪੱਟੀ ਵਗੈਰਾ ਹੋਈ, ਉਹ ਰਾਜੀ ਬਾਜੀ ਹੋ ਗਿਆ। ਉੱਥੋਂ ਫਿਰ ਉਹ ਖਿਜ਼ਰਾਬਾਦ ਆ ਗਿਆ, ਕੁਰਾਲੀ ਤੋਂ ਪਰਾਂ ਨੂੰ ਹੈ 7-8 ਕਿਲੋਮੀਟਰ। ਖਿਜ਼ਰਾਬਾਦ ਗੁਰਦੁਆਰਾ ਸਾਹਿਬ ਵੀ ਹੈ ਜ਼ੋਰਾਵਰ ਸਿੰਘ ਦੀ ਯਾਦ 'ਚ। ਖਿਜ਼ਰਾਬਾਦ ਤੋਂ ਸਦਾਵਰਤ ਨੂੰ ਹੁੰਦੇ ਹੋਏ ਉੱਚ ਖੇੜਾ ਰੋਪੜ ਪਹੁੰਚ ਗਿਆ। ਉੱਥੋਂ ਫਿਰ ਦਮਦਮਾ ਸਾਹਿਬ ਚਲੇ ਗਿਆ। ਦਮਦਮਾ ਸਾਹਿਬ ਤੋਂ ਫਿਰ ਮੁੜ ਕੇ ਬਸੀ ਪਠਾਣਾ ਔਰ ਖਿਜ਼ਰਾਬਾਦ ਫਿਰ ਆਇਆ। ਫਿਰ ਸੂਹਾਂ ਕੱਢਦਾ ਕੱਢਦਾ ਇੰਨੇ ਨੂੰ ਗੁਰੂ ਸਾਹਿਬ ਅੱਗੇ ਨਿਕਲ ਗਏ ਸੀ ਦੱਖਣ ਵੱਲ ਨੂੰ। ਆਪਣਾ ਮਾਮਾ ਸੀ ਉਹਨਾਂ ਦਾ ਔਲੀਆ ਸਿੰਘ, ਆਗਰੇ ਦੇ ਕੋਲ ਰਹਿੰਦਾ। ਉਦੋਂ ਪੁੱਛ ਗਿੱਛ ਕੇ ਸੂਹਾਂ ਕੱਢਦਾ ਕੱਢਦਾ ਆਗਰੇ ਤੋਂ 16 ਮੀਲ ਦੂਰ ਦਸ਼ਮੇਸ਼ ਜੀ ਦੇ ਜਥੇ ਨੂੰ ਮਿਲ ਪਿਆ। ਸ਼ਰਧਾਲੂ ਸੀਗਾ, ਉੱਥੇ ਮਿਲਿਆ ਹੋਇਆ, ਨਾਲ ਗਿਆ ਗੁਰੂ ਸਾਹਿਬ ਦੇ। ਚਿਤੌੜ ਦੇ ਕਿਲ੍ਹੇ ਨੂੰ ਦੇਖਣ ਵਾਸਤੇ 20-25 ਸਿੰਘ ਭਾਈ ਜ਼ੋਰਾਵਰ ਸਿੰਘ ਦੀ ਲੀਡਰਸ਼ਿਪ ਵਿੱਚ ਚਲੇ ਗਏ। ਮੁਗਲਾਂ ਨੇ ਰੋਕ ਦਿੱਤਾ ਉਸ ਕਿਲ੍ਹੇ ਨੂੰ, ਚਿਤੌੜਗੜ੍ਹ ਨੂੰ, ਜਿਹੜਾ ਕਿਸੇ ਟਾਈਮ ਮਹਾਰਾਣੇ ਦਾ ਕਿਲ੍ਹਾ ਹੁੰਦਾ ਸੀ ਪ੍ਰਤਾਪ ਸਿੰਘ ਦਾ, ਉਸੇ ਦੀ ਬਾਤ ਹੈ। ਉਹ ਅੰਗਰੇਜ਼ ਇਹਨਾਂ ਦੇ ਅੰਡਰ ਆ ਚੁੱਕਿਆ ਸੀ ਮੁਗਲਾਂ ਦੇ, ਕਿਉਂਕਿ ਰਾਣਾ ਪ੍ਰਤਾਪ ਛੱਡ ਚੁੱਕਿਆ ਸੀ ਘਰ ਨੂੰ। ਉਹਨੇ ਬਾਹਰ ਰਹਿ ਕੇ ਖਾਨਾ ਬਦੋਸ਼ ਹੋ ਕੇ ਲੜਾਈ ਲੜੀ ਹੈ ਮੁਗਲਾਂ ਦੇ ਨਾਲ, ਈਨ ਨਹੀਂ ਮੰਨੀ ਕਦੇ ਵੀ। ਇਸੇ ਕਰਕੇ ਉਹਦੀ ਵਡਿਆਈ ਹੈ। ਰਾਣੇ ਪ੍ਰਤਾਪ ਦੀਆਂ ਫੋਟੋਆਂ ਲੱਗੀਆਂ ਹੋਈਆਂ ਜਗ੍ਹਾ ਜਗ੍ਹਾ, ਬੁੱਤ ਲੱਗੇ ਹੋਏ। ਜਿਹੜੇ ਬਾਕੀ ਦੇ ਮਾਨ ਸਿੰਘ ਵਰਗੇ ਰਾਣੇ ਸੀਗੇ, ਰਾਜਪੂਤ ਸੀਗੇ, ਜਿਨ੍ਹਾਂ ਨੇ ਮੁਗਲਾਂ ਨਾਲ ਸਮਝੌਤਾ ਕਰ ਲਿਆ ਸੀ, ਆਪਣੀਆਂ ਧੀਆਂ ਦੇ ਡੋਲੇ ਵੀ ਦੇ ਦਿੱਤੇ ਸੀ, ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ। ਜੇ ਯਾਦ ਕਰਦੇ ਵੀ ਆ ਤਾਂ ਨੈਗੇਟਿਵ ਸੈਂਸ 'ਚ ਕਰਦੇ ਆ। ਮਹਾਰਾਣਾ ਪ੍ਰਤਾਪ ਦੀ ਇਹੀ ਵਡਿਆਈ ਹੈ ਵੀ ਉਹਨੇ ਸਿਦਕ ਦੇ ਨਾਲ ਭੁੱਖਾ ਨੰਗਾ ਰਹਿ ਕੇ ਵੀ ਲੜਾਈ ਕਰੀ ਜੰਗਲਾਂ 'ਚੋਂ ਮੁਗਲਾਂ ਦੇ ਨਾਲ। ਤਾਂ ਉਸ ਚਿਤੌੜਗੜ੍ਹ ਦੀ ਗੱਲ ਹੈ। ਫਿਰ ਉਹ ਜਿਹੜੇ 20-25 ਸਿੰਘ ਸੀਗੇ ਦੇਖਣ ਗਏ ਕਿਲ੍ਹੇ ਨੂੰ, ਮੁਗਲਾਂ ਨੇ ਰੋਕੇ ਤਾਂ ਉੱਥੇ ਲੜਾਈ ਹੋ ਗਈ, ਝਗੜਾ ਹੋਇਆ। ਉਹਦੇ ਵਿੱਚ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ। ਔਰ ਕਿਲ੍ਹੇ ਦੇ ਸਾਹਮਣੇ ਇੱਕ ਨਦੀ ਲੰਘਦੀ ਹੈ, ਗੰਭੀਰ ਨਦੀ ਕਹਿੰਦੇ ਉਹਨੂੰ, ਛੋਟੀ ਜਿਹੀ ਹੈ, ਨਾਲਾ ਹੀ ਹੈ ਕਿਸਮ ਦਾ। ਉਹਦੇ ਵਿੱਚ ਫਿਰ 10ਵੇਂ ਪਾਤਸ਼ਾਹ ਨੇ ਉਹਦਾ ਸੰਸਕਾਰ ਵੀ ਕਰਿਆ। ਇਹ ਜ਼ਿਕਰ ਜ਼ੋਰਾਵਰ ਸਿੰਘ ਦਾ ਹੈ। ਇੱਕ ਤਾਂ ਜ਼ੋਰਾਵਰ ਸਿੰਘ ਸਾਹਿਬਜ਼ਾਦੇ ਸੀ ਨਾ ਜਿਹੜੇ ਸਰਹੰਦ 'ਚ ਇਹਨਾਂ ਨੇ ਸ਼ਹੀਦੀ ਪਾਈ ਹੈ। ਇਹ ਜ਼ੋਰਾਵਰ ਸਿੰਘ ਪਾਲਤ ਪੁੱਤਰ ਸੀ ਉਹਨਾਂ ਦਾ, ਜਿਵੇਂ ਅਜੀਤ ਸਿੰਘ ਸੀਗਾ। ਅਜੀਤ ਸਿੰਘ ਇੱਕ ਤਾਂ ਬਾਬਾ ਜੀ ਜਿਹੜੇ ਚਮਕੌਰ ਸਾਹਿਬ ਬੜੇ ਸਾਹਿਬਜ਼ਾਦੇ ਸ਼ਹੀਦ ਹੋਏ, ਇੱਕ ਅਜੀਤ ਸਿੰਘ ਪਾਲਤ ਪੁੱਤਰ ਸੀਗਾ। ਦੋ ਹੋਰ ਸੀ ਬਾਬਾ ਚਰਨ ਸਿੰਘ ਔਰ ਪੰਜਾਬ ਸਿੰਘ। ਬਹੁਤ ਘੱਟ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਇਹਨਾਂ ਦਾ, ਲੇਕਿਨ ਇਹ ਹੈ ਇਸ ਤਰ੍ਹਾਂ ਹੀ ਹੈ। ਤੋ ਸਾਧ ਸੰਗਤ ਜੀ, ਉਹ ਦਿਓ ਆਗਿਆ, ਕਿਸੇ ਵੀ ਅਪਸ਼ਬਦ ਦੀ ਖਿਮਾ, ਅਸੀਸ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਤਿਸ ਜਨ ਕੇ ਹੋਂ ਮਲ ਮਲ ਤੋਮਾ ਪਾਉ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਜਪ ਮਨ ਮਾਧੋ ਮਧੁਸੂਦਨੋ, ਹਰਿ ਸ੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ। ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਮੇਰੇ ਮਨ ਤਨ ਆਨੰਦ ਪਏ, ਹਰ ਜਨ ਕੋ ਹਰ ਮਿਲਿਆ, ਹਰ ਸਰਦਾ ਤੇ ਮਿਲਿਆ, ਗੁਰਮੁਖ ਹਰ ਮਿਲਿਆ। ਮੇਰੇ ਮਨ ਤਨ ਆਨੰਦ ਪਏ, ਮੈਂ ਦੇਖਿਆ ਹਰ ਰਾਉ, ਕੋਈ ਆਵੇ ਸੰਤੋ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਹਰ ਕਟ ਕਟੇ ਕਟ ਬਸਤਾ, ਹਰ ਜਲ ਥਲੇ ਹਰ ਵਸਤਾ, ਹਰ ਥਾਨ ਥਨੰਤਰ ਬਸਤਾ, ਮੈਂ ਹਰ ਦੇਖਨ ਕੋ ਚਾਉ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਜਨ ਨਾਨਕ ਕੋ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਰ ਕਿਰਪਾ ਭਈ। ਮੈਂ ਅਨਦਿਨੋ ਸਦ ਸਦ ਸਦਾ, ਹਰ ਜਪਿਆ ਹਰ ਨਾਉ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਮੋਹਿ ਮਾਰਗ ਦਿਖਲਾਵੇ। ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ, ਪ੍ਰਿਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ, ਭਗਵਤੀ ਛੰਦ ਤੁਐ ਪ੍ਰਸਾਦ ਕਾਤੇ, ਕਿ ਆਛਿਜ ਦੇਸੈ ਕਿ ਆਪਿਜ ਭੇਸੈ, ਕਿ ਆਗੰਜ ਕਰਮੈ ਕਿ ਆਪੰਜ ਭਰਮੈ, ਕਿ ਆਪਿਜ ਲੋਕੈ ਕਿ ਆਦਿਤ ਸੋਕੈ, ਕਿ ਅਵਧੂਤ ਬਰਨੈ ਕਿ ਵਿਭੂਤ ਕਰਨੈ, ਕਿ ਰਾਜਮ ਪ੍ਰਵਾਹੈ ਕਿ ਧਰਮੰ ਤੁਝਾਹੈ, ਕਿ ਆਸ਼ੋਕ ਬਰਨੈ ਕਿ ਸਰਵਾ ਅਪਰਨੈ, ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ, ਕਿ ਬ੍ਰਹਮੰ ਸਰੂਪੈ ਕਿ ਅਨਪਉ ਅਨੂਪੈ, ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ, ਕਿ ਚਿਤਰੰ ਵਿਹੀਨੈ ਕਿ ਏਕੈ ਅਧੀਨੈ, ਕਿ ਰੋਜ਼ੀ ਰਜਾਕੈ ਰਹੀਮੈ ਰਿਹਾਕੈ, ਕਿ ਪਾਕ ਬੇਅੈਬ ਹੈ ਕਿ ਗੈਬੁਲ ਗੈਬ ਹੈ, ਕਿ ਅਫਬੁਲ ਗੁਨਾਹ ਹੈ ਕਿ ਸ਼ਾਹਨਸ਼ਾਹ ਹੈ, ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ, ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ, ਕਿ ਸਰਬਤਰ ਮਾਨੀਐ ਕਿ ਸਰਬਤਰ ਦਾਨੀਐ, ਕਿ ਸਰਬਤਰ ਗਉਨੈ ਕਿ ਸਰਬਤਰ ਭਉਨੈ, ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ,
ਕੇ ਸਰਬੱਤਰ ਦੀਨੈ, ਕੇ ਸਰਬੱਤਰ ਲੀਨੈ, ਕੇ ਸਰਬੱਤਰ ਜਾਹੋ, ਕੇ ਸਰਬੱਤਰ ਪਾਹੋ, ਕੇ ਸਰਬੱਤਰ ਦੇਸੈ, ਕੇ ਸਰਬੱਤਰ ਭੇਸੈ, ਕੇ ਸਰਬੱਤਰ ਕਾਲੈ, ਕੇ ਸਰਬੱਤਰ ਪਾਲੈ, ਕੇ ਸਰਬੱਤਰ ਹੰਤਾ, ਕੇ ਸਰਬੱਤਰ ਗੰਤਾ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਕਾਜੈ, ਕੇ ਸਰਬੱਤਰ ਰਾਜੈ, ਕੇ ਸਰਬੱਤਰ ਸੁਖੈ, ਕੇ ਸਰਬੱਤਰ ਭੁਖੈ, ਕੇ ਸਰਬੱਤਰ ਤਾਣੈ, ਕੇ ਸਰਬੱਤਰ ਪਾਣੈ ਪ੍ਰਾਣੈ, ਕੇ ਸਰਬੱਤਰ ਦੇਸੈ, ਕੇ ਸਰਬੱਤਰ ਭੇਸੈ, ਕੇ ਸਰਬੱਤਰ ਜਾਨੀਐ, ਸਦੈਵੰ ਪ੍ਰਧਾਨੀਐ, ਕੇ ਸਰਬੱਤਰ ਜਾਪੀਐ, ਕੇ ਸਰਬੱਤਰ ਥਾਪੀਐ, ਕੇ ਸਰਬੱਤਰ ਭਾਨੈ, ਕੇ ਸਰਬੱਤਰ ਮਾਨੈ, ਕੇ ਸਰਬੱਤਰ ਇੰਦਰੈ, ਕੇ ਸਰਬੱਤਰ ਚੰਦਰੈ, ਕੇ ਸਰਬੰ ਕਲੀਮੈ, ਕੇ ਪਰਮ ਫਹੀਮੈ, ਕੇ ਆਕਲ ਅਲਾਮੈ, ਕੇ ਸਾਹਿਬ ਕਲਾਮੈ, ਕੇ ਹੁਸਨਲ ਵਜੂ ਹੈਂ, ਤਮਾਮੁਲ ਰੁਜੂ ਹੈਂ, ਹਮੇਸ਼ੁਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸ਼ਿਕਸਤੈ, ਗਰੀਬੁਲ ਪ੍ਰਸਤੈ, ਬਿਲੰਦੁਲ ਮਕਾਨੈ, ਜ਼ਮੀਨੁਲ ਜ਼ਮਾਨੈ, ਤਮੀਜ਼ੁਲ ਤਮਾਮੈ, ਰੁਜੁਅਲ ਨਿਧਾਨੈ, ਹਰੀਫੁਲ ਅਜੀਮੈ, ਰਜ਼ਾਇਕ ਯਕੀਨੈ, ਅਨੇਕੁਲ ਤਰੰਗ ਹੈਂ, ਅਭੇਦ ਹੈਂ, ਅਭੰਗ ਹੈਂ, ਅਜ਼ੀਜ਼ੁਲ ਨਿਵਾਜ਼ ਹੈਂ, ਗਨੀਮੁਲ ਖਿਰਾਜ ਹੈਂ, ਨਿਰੁਕਤ ਸਰੂਪ ਹੈਂ, ਤ੍ਰਿਮੁਕਤ ਪ੍ਰਭ ਵਿਭੂਤ ਹੈਂ, ਪ੍ਰਭਗਤ ਪ੍ਰਭਾ ਹੈਂ, ਸੁਜੁਗਤ ਸੁਦਾ ਹੈਂ, ਸਦੈਵੰ ਸਰੂਪ ਹੈਂ, ਅਭੇਦੀ ਅਨੂਪ ਹੈਂ, ਸਮਸਤੋ ਪਰਾਜ ਹੈ, ਸਦਾ ਸਰਵ ਸਾਜ ਹੈਂ, ਸਮਸਤੋ ਪਰਾਜ ਹੈ, ਸਦਾ ਸਰਵ ਸਾਜ ਹੈ। ਸਤਿਗੁਰਾਂ ਦੀ ਗੋਦ ਵਿੱਚ ਸਜੀ ਹੋਈ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਆਪਣੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰੀ ਜਾ ਰਹੀ ਹੈ। ਦਸਮ ਗ੍ਰੰਥ ਵਿੱਚੋਂ ਜਾਪ ਸਾਹਿਬ ਦੀ ਦਸ਼ਮੇਸ਼ ਜੀ ਦੀ ਬਾਣੀ ਹੈ, ਨਿਤਨੇਮ ਦੀ ਬਾਣੀ ਹੈ। ਹਰ ਸਿੱਖ ਵਾਸਤੇ ਜ਼ਰੂਰੀ ਹੈ ਇਹਨੂੰ ਸਮਝਣਾ ਔਰ ਪੜ੍ਹਨਾ, ਧਿਆਉਣਾ। ਸਾਧ ਸੰਗਤ ਜੀਓ, ਆਪ ਜੀ ਨੂੰ ਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਕਬੂਲ ਕਰਿਓ। ਆਪ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਚਿੱਤਰ ਹੈ ਨਾ ਮਿੱਤਰ ਹੈ, ਨਾ ਉਹਦਾ ਕੋਈ ਚਿੱਤਰ ਹੈ ਨਾ ਉਹਦਾ ਕੋਈ ਮਿੱਤਰ ਹੈ, ਪਰੇ ਹੈ ਪਵਿੱਤਰ ਹੈ। ਤੂੰ ਮਨ ਬਾਣੀ ਤੋਂ ਦੂਰ ਹੈ ਔਰ ਬਹੁਤ ਪਿਆਰਾ ਵੀ ਹੈ, ਪਰੇ ਹੈ। ਪੱਪਾ ਰਾਰੇ ਨੂੰ ਲਾਮ ਜੇ ਆੜਾ ਹੋਵੇ ਲੱਗਿਆ ਹੋਇਆ, ਬੋਲਦੇ ਆਪਾਂ ਉਹਨੂੰ ਵੀ ਪਰੇ ਹੈ। ਉਹ ਹੁੰਦਾ ਪ੍ਰੇਮੀ, ਪਰੇ ਹੁੰਦਾ ਦੂਰ, ਮਨ ਬਾਣੀ ਤੋਂ ਦੂਰ। ਪਵਿੱਤਰ ਹੈ, ਪ੍ਰਥੀਸੈ ਅਦੀਸੈ। ਤੂੰ ਮਹੀਪਤ ਵੀ ਹੈ, ਧਰਤੀ ਦਾ ਰਾਜਾ ਵੀ ਹੈ, ਔਰ ਅਦੀਸੈ ਅਗਨੀ ਵੀ ਹੈ, ਸਾਰੀ ਅਗਨੀ ਵੀ ਤੂੰ ਹੀ ਹੈ। ਅਦ੍ਰਿਸ਼ੈ ਅਦ੍ਰਿਸ਼ਟ ਵੀ ਹੈ, ਅਕ੍ਰਿਸ਼ੈ ਨਾ ਖਿੱਚਣ ਯੋਗ, ਤੈਨੂੰ ਕੋਈ ਖਿੱਚ ਨਹੀਂ ਸਕਦਾ। ਤੂੰ ਸਭ ਨੂੰ ਖਿੱਚਦਾ, ਤੈਨੂੰ ਕੋਈ ਨਹੀਂ ਖਿੱਚ ਸਕਦਾ। ਭਗਵਤੀ ਛੰਦ ਤਵੈ ਪ੍ਰਸਾਦ ਕਤ ਕਿ ਆਛਿਜ ਦੇਸੈ। ਤੇਰਾ ਜਿਹੜਾ ਦੇਸ ਹੈ ਉਹ ਅਛਿਜ ਹੈ, ਤੇਰਾ ਜਿਹੜਾ ਭੇਖ ਹੈ, ਭੇਸ ਹੈ, ਉਹ ਅਭਿਜ ਹੈ। ਕਿ ਅਗੰਜ ਕਰਮ ਹੈ, ਕਿ ਆਪੰਜ ਭਰਮ ਹੈ। ਤੇਰਾ ਜਿਹੜਾ ਕਰਮ ਹੈ ਉਹ ਵੀ ਅਗੰਜ ਹੈ, ਤੇਰਾ ਜਿਹੜਾ ਭਰਮ ਹੈ ਉਹ ਵੀ ਅਪੰਜ ਹੈ, ਨਾ ਭੰਜਣ ਯੋਗ। ਔਰ ਤੂੰ ਭਰਮ 'ਚ ਨਹੀਂ ਹੈ, ਬਾਕੀ ਸੰਸਾਰ ਭਰਮਾਂ 'ਚ ਪਿਆ ਹੋਇਆ। ਕਿ ਆਪਿਜ ਲੋਕ ਹੈ, ਸਾਰਿਆਂ ਲੋਕਾਂ ਦੇ ਵਿੱਚ, ਲੋਆਂ ਦੇ ਵਿੱਚ ਤੂੰ ਆਪਿਜ ਹੈ। ਕਿ ਆਦਿਤ ਸੁੱਖ ਹੈ, ਕਿ ਤੂੰ ਸੂਰਜ ਦੀ ਤਰ੍ਹਾਂ ਸਭ ਨੂੰ ਸੋਕਦਾ ਵੀ ਹੈ। ਆਦਿਤ ਸੂਰਜ ਹੁੰਦਾ, ਅਵਧੂਤ ਵਰਨ ਹੈ, ਤੈਨੂੰ ਅਵਧੂਤ ਕਿਹਾ ਜਾਂਦਾ ਹੈ। ਕਿ ਵਿਭੂਤ ਕਰਨਾ, ਸਾਰੀ ਧਨ ਦੌਲਤ ਵੀ ਦੁਨੀਆ ਦੀ ਤੂੰ ਹੀ ਬਣਾਉਣਾ, ਕਰਦਾ ਐਸ਼ਵਰਜ ਸਭ ਤੇਰੇ ਕਰਕੇ। ਕਿ ਰਾਜਮ ਪ੍ਰਭਾ ਹੈ, ਤੂੰ ਰਾਜਾਂ ਦੀ ਸੋਭਾ ਹੈ, ਰਾਜਾਂ ਦਾ ਪ੍ਰਕਾਸ਼ ਹੈ। ਕਿ ਧਰਮ ਤੂੰ ਜਾ ਹੈ, ਤੂੰ ਧਰਮ ਦਾ ਝੰਡਾ ਵੀ ਹੈ, ਨਿਸ਼ਾਨ ਸਾਹਿਬ ਵੀ ਹੈ। ਕਿ ਅਸ਼ੋਕ ਵਰਨ ਹੈ, ਤੈਨੂੰ ਸ਼ੋਕ ਰਹਿਤ ਵਰਨਿਆ ਜਾਂਦਾ, ਤੈਨੂੰ ਕਦੇ ਕੋਈ ਸ਼ੋਕ ਨਹੀਂ ਆਉਂਦਾ।
ਸੋ ਕਾਗਨ ਤਿਸ ਜਾਨਾ ਵਿਆਪੈ। ਕਿ ਸਰਵਾ ਅਭਰਨ, ਤੂੰ ਸਾਰਿਆਂ ਦਾ ਆਪੂਖਣ ਜਾਂ ਸਾਰਿਆਂ ਦਾ ਭਰਨ ਵਾਲਾ, ਤੂੰ ਆਪ ਨਹੀਂ ਖਾਲੀ ਹੈ, ਤੂੰ ਭਰਿਆ ਹੋਇਆ, ਬਾਕੀ ਸਾਰਿਆਂ ਨੂੰ ਭਰਦਾ। ਕਿ ਜਗਤੰ ਕ੍ਰਿਤੀ ਹੈ, ਸਾਰੇ ਜਗਤ ਦਾ ਕਾਰਨ ਵੀ ਤੂੰ ਹੀ ਹੈ, ਸਾਰੀ ਤੇਰੀ ਕਿਰਤ ਹੈ। ਕਿ ਛਤਰਨ ਛਤਰੀ ਹੈ, ਕਿ ਬ੍ਰਹਮ ਸਰੂਪ ਹੈ, ਤੂੰ ਬ੍ਰਹਮ ਸਰੂਪ ਹੈ। ਕਿ ਅਨੁਭਵ ਅਨੂਪ ਹੈ, ਤੂੰ ਆਪਣੇ ਆਪ ਤੋਂ ਪ੍ਰਕਾਸ਼ ਹੈ, ਅਨੂਪ ਹੈ, ਤੇਰੇ ਵਰਗਾ ਕੋਈ ਹੋਰ ਹੈ ਨਹੀਂ। ਕਿ ਆਦਿ ਅਦੇਵ ਹੈ, ਅਦੇਵ ਹੁੰਦਾ ਜਿਹਦਾ ਅੱਗੇ ਕੋਈ ਦੇਵਤਾ ਨਾ ਹੋਵੇ। ਸਾਰੇ ਦੇਵੀ ਦੇਵਤੇ ਤੈਨੂੰ ਧਿਆਉਂਦੇ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ। ਪਰਮਾਤਮਾ ਦੇਵਤਿਆਂ ਨੂੰ ਦੇਖ ਰਿਹਾ, ਆਪਣੇ ਹੁਕਮ ਵਿੱਚ ਲਾ ਰਿਹਾ, ਲੇਕਿਨ ਦੇਵਤਿਆਂ ਨੂੰ ਉਹ ਦਿਖਦਾ ਨਹੀਂ। ਦੇਖੋ ਕਿੱਡਾ ਆਸ਼ਚਰਜ ਹੈ, ਕਿਉਂਕਿ ਦੇਵੀ ਦੇਵਤਿਆਂ ਨੂੰ ਤ੍ਰੈ ਗੁਣਾਂ 'ਚ ਮੰਨਿਆ ਜਾਂਦਾ ਗੁਰਬਾਣੀ 'ਚ। ਹੇ ਵਾਹਿਗੁਰੂ ਜੀ, ਉਹ ਤੇਰਾ ਕੋਈ ਦੇਵਤਾ ਨਹੀਂ ਹੈ ਅੱਗੇ, ਤੂੰ ਆਪੇ ਆਪ ਹੈ। ਕਿ ਆਪ ਅਭੇਵ ਹੈ, ਕਿ ਚਿਤਰਮ ਵਿਹੀਨ ਹੈ, ਕਿ ਏਕ ਅਧੀਨ, ਤੇਰਾ ਕੋਈ ਚਿੱਤਰ ਨਹੀਂ, ਤੂੰ ਆਪਣੇ ਅਧੀਨ ਆਪ ਹੈ, ਕਿਸੇ ਦੇ ਅਧੀਨ ਨਹੀਂ ਹੈ। ਕਿ ਰੋਜ਼ੀ ਰਜ਼ਾਕ ਹੈ, ਰੋਜ਼ੀ ਸਭ ਨੂੰ ਦਿੰਦਾ ਹੈ। ਰਹੀਮ ਹੈ, ਰਿਹਾਕ ਹੈ, ਸਭ ਨੂੰ ਰਿਹਾ ਕਰਨ ਦਾ, ਛੁਟਕਾਰਾ ਕਰਨ ਦਾ ਵੀ ਕਾਰਨ ਤੂੰ ਹੀ ਬਣਦਾ। ਕਿਸੇ ਨੂੰ ਗੁਰੂ ਦੇ ਨਾਲ ਮਿਲਾ ਕੇ ਇਸ ਕਲ ਜਗਨ 'ਚੋਂ ਕੱਢ ਵੀ ਦਿੰਦਾ। ਕਿ ਪਾਕ ਬੇਐਬ ਹੈ, ਪਾਕ ਹੁੰਦਾ ਪਵਿੱਤਰ, ਬੇਐਬ ਬਿਨਾਂ ਐਬਾਂ ਤੋਂ। ਕਿ ਗੈਬੁਲ ਗੈਬ ਹੈ, ਤੂੰ ਗੁਪਤਾਂ ਦਾ ਵੀ ਗੁਪਤ ਹੈ, ਅੰਦਰੇ ਬੈਠਾ ਹੈ, ਪਤਾ ਲੱਗਦਾ ਨਹੀਂ। ਅਕੁਲ ਪੁਰਖ ਇੱਕ ਚਲਿਤ ਪਾਇਆ, ਘਟ ਘਟ ਅੰਤਰ ਬ੍ਰਹਮ ਲੁਕਾਇਆ। ਹਰ ਇੱਕ ਦੇ ਅੰਦਰ ਬੈਠਾ, ਦਿਖਦਾ ਕੋਈ ਨਹੀਂ ਹੈ। ਬੇਪਰਦਿਤਨਾ ਹੈ, ਹੈ ਬੇਪਰਦਿਤਨਾ। ਕਿ हर जर्रे में है उसका ज़हूर है, बापरदितना के नज़र तक आता नहीं। किसी अदीब का कथन है। कि गैबुल गैब हैं, कि अफवुल गुनाह हैं, गुनाहां नूं माफ़ करन वाला। अफव हुंदी है माफ़ी, अफवुल माफ़ी देण वाला गुनाहां तो। कि शहान शाह है, शाहां दा भी शाह है, राजियां दा भी राजा है, कारण कुनिंद है। कि रोज़ी देंदा है, रोज़ी रोटी भी तू ही दिंदा है। कि राजक रहीम है, वाहिगुरू जी तू ही सब दा राजक है, रोज़ी रोटी देने वाला, रहीम भी है, करम करीम भी है। किरपा भी तू ही करदा, करम भी सारे संसार के उत्ते तू ही करदा। कि सर्वं कली है, सारियां दी कला भी तू ही है। कि सर्वं दली है, सारियां नूं दलदा भी तू ही है, मारदा भी तू ही है। कि सर्वत्र मानी है, सारे तैनूं मनदे हैं। कि सर्वत्र दानी है, सबनां नूं दान भी तू ही दिंदा है। कि सर्वत्र गौने, कि सर्वत्र भौने, सारियां तक तेरी पहुँच है, सारे भवन तेरे ही हैं। कि सर्वत्र देश है, सब देशों च तू ही है, तेरे ही देश हैं। कि सर्वत्र भेष है, सारियां भेखां च भी तू ही है। कि सर्वत्र राज है, सारे राजियां दा राजा भी तू ही है। सर्वत्र साज है, सारा सजावट भी तेरी है। कि सर्वत्र दीन है, सब दीनां च मजहबां च भी तू ही है। कि सर्वत्र लीन है, सब दे नाल लीन भी तू ही होया होया। हे वाहिगुरू जीओ, कि सर्वत्र जा हो, हर जगह तू ही है, जा जगह नूं कहने। कि सर्वत्र भा हो, सारे जगत दी गलोरी, यानी वधिया चीज़ नूं आपां कहने गलोरीफाई करना, जिहदे विचों आनंद महसूस होवे, वो भी तू ही है। सारे जगत दा गलोरी तू ही है। कि सर्वत्र भाहो गलोरी, कि सर्वत्र देश है, कि सर्वत्र भेष है, सब देशां च सब भेषां च तू ही है। हे वाहिगुरू जीओ, कि सर्वत्र कल है, कि सर्वत्र पल है, सारियां कालां दा काल भी तू ही है, सारियां कालां विच भी तू ही है, सब नूं पालदा भी तू ही है। कि सर्वत्र हंता, सब नूं मारदा भी तू ही है। कि सर्वत्र गंता, सारियां तक पहुँच भी तेरी है। कि सर्वत्र भेखी, सारियां भेखां च भी तू ही है। कि सर्वत्र भेखी, सब नूं देखदा भी है। कि सर्वत्र काज है, कि सर्वत्र राज है, सब काजां च कम्मां च सब राजां च सब जगह तू ही है।
ਕਿ ਸਰਬੱਤਰ ਸੁੱਖ ਹੈ, ਸਭ ਨੂੰ ਸੁੱਖ ਦਾ ਵੀ ਤੂੰ ਹੀ ਹੈ। ਕਿ ਸਰਬੱਤਰ ਭੁੱਖ ਹੈ, ਸਭ ਨੂੰ ਪਾਲਣ ਪੋਸ਼ਣ ਵੀ ਤੂੰ ਹੀ ਕਰਦਾ ਹੈ। ਕਿ ਸਰਬੱਤਰ ਤ੍ਰਾਣ ਹੈ, ਸਾਰੇ ਤ੍ਰਾਣ ਜੋਰ ਤੇਰੇ ਕਰਕੇ ਹੈ। ਕਿ ਸਰਬੱਤਰ ਪ੍ਰਾਣ ਹੈ, ਸਭ ਦਾ ਪ੍ਰਾਣ ਵੀ ਤੂੰ ਹੀ ਹੈ। ਆਤਮਾ ਦੀ ਵੀ ਪਰਮਾਤਮਾ ਤੂੰ ਹੈ। ਕਿ ਸਰਬੱਤਰ ਦੇਸ ਹੈ, ਸਭ ਦੇਸਾਂ 'ਚ ਵੀ ਤੂੰ ਹੈ। ਕਿ ਸਰਬੱਤਰ ਭੇਸ ਹੈ, ਸਭ ਭੇਸਾਂ 'ਚ ਵੀ ਤੂੰ ਹੀ ਹੈ। ਇਹ ਜਿਹੜਾ ਸਾਧ ਸੰਗਤ ਜੀ ਸਰਬੱਤਰ ਸ਼ਬਦ ਹੈ, ਇਹ ਸੰਸਕ੍ਰਿਤ ਦਾ ਹੈ। ਇਹਨੂੰ ਪੰਜਾਬੀ ਦੇ ਵਿੱਚ ਸਰਬੱਤ ਬਣਾਇਆ। ਇਹ ਹੁੰਦਾ ਇਸ ਤਰ੍ਹਾਂ, ਪੈਰ 'ਚ ਜਿਹੜਾ ਰਾਰਾ ਹੈ ਉਹ ਫਿਰ ਹਟ ਜਾਂਦਾ ਹੈ, ਉਹ ਤੱਤੇ ਨੂੰ ਔਂਕੜ ਲੱਗ ਜਾਂਦੀ ਹੈ। ਸਰਬੱਤ ਇੱਕ ਨੇ ਮਿੱਤਰ ਤੋਂ ਮਿੱਤ, ਰਾਰੇ ਦੀ ਜਗ੍ਹਾ ਤੱਤੇ ਨੂੰ ਔਂਕੜ ਆ ਜਾਂਦੀ ਹੈ, ਮਿੱਤ। ਤੋ ਇਹ ਨਿਯਮ ਹੈ ਪੰਜਾਬੀ ਦੇ। ਕਿ ਸਰਬੱਤਰ ਮਾਨੀਏ, ਸਾਰੇ ਤੈਨੂੰ ਮੰਨਦੇ। ਕਿ ਸदैवम ਪ੍ਰਧਾਨੀ ਹੈ, ਸਦਾ ਹੀ ਤੂੰ ਪ੍ਰਧਾਨ ਹੈ। ਕਿ ਸਰਬੱਤਰ ਜਾਪੀਏ, ਸਭ ਤੈਨੂੰ ਜਪਦੇ। ਕਿ ਸਰਬੱਤਰ ਥਾਪੇ, ਸਭ ਨੂੰ ਤੂੰ ਥਾਪਦਾ ਹੈ। ਆਪ ਨਹੀਂ, ਆਪ ਅਥਾਪ ਹੈ। ਕਿ ਸਰਬੱਤਰ ਭਾਨਾ ਹੈ, ਕਿ ਸਾਰਿਆਂ ਨੂੰ ਤੂੰ ਭਾਉਣਾ ਹੈ, ਭਾਉਣਾ। ਕਿ ਸਰਬੱਤਰ ਮਨ ਹੈ, ਸਾਰੇ ਤੈਨੂੰ ਮੰਨਦੇ ਹੈ, ਤੂੰ ਮਾਨਿਆ ਹੈ। ਕਿ ਸਰਬੱਤਰ ਇੰਦਰ ਹੈ, ਸਾਰੇ ਇੰਦਰਾਂ ਦਾ ਵੀ ਇੰਦਰ ਤੂੰ ਹੀ ਹੈ, ਰਾਜਾ। ਕਿ ਸਰਬੱਤਰ ਚੰਦਰ ਹੈ, ਚੰਦਰਮਾ ਵੀ ਤੂੰ ਹੀ ਹੈ। ਕਿ ਸਰਬੰ ਕਲੀਮੈ, ਕਲਮਾ ਪੜ੍ਹਨ ਵਾਲਾ ਵਕਤਾ ਵੀ ਤੂੰ ਹੀ ਹੈ। ਕਿ ਪਰਮ ਫਹੀਮ ਹੈ, ਫਹੀਮ ਹੁੰਦਾ ਸਿਆਣਾ, ਵਿਦਿਆ ਪੜ੍ਹਿਆ ਹੋਇਆ। ਤੂੰ ਪਰਮ ਸਿਆਣਾ ਵੀ ਹੈ। ਕਿ ਆਕਲ ਅਲਮ ਹੈ, ਤੂੰ ਬਹੁਤ ਬੜਾ ਅਕਲ ਵਾਲਾ ਵਿਦਵਾਨ ਹੈ। ਕਿ ਸਾਹਿਬ ਕਲਾਮ ਹੈ, ਸਾਹਿਬ ਵੀ ਤੂੰ ਹੀ ਹੈ, ਕਲਾਮ ਵੀ ਤੇਰਾ ਹੀ ਹੈ। ਕਿ ਹੁਸਨਲ ਵਜੂ ਹੈ, ਬਹੁਤ ਸੁੰਦਰ ਤੇਰੀ ਮੂਰਤ ਹੈ। ਹੁਸਨ ਸੁੰਦਰ ਨੂੰ ਕਹਿੰਦੇ ਆ। ਤਮਾਮੁਲ ਰੁਜੂ ਹੈ, ਧਿਆਨ ਤਵੱਜੋ ਨੂੰ ਰੁਜੂ ਕਹਿੰਦੇ। ਸਾਰੇ ਧਿਆਨਾਂ ਵਿੱਚ ਵੀ ਤੂੰ ਹੀ ਹੈ। ਹਮੇਸ਼ੁਲ ਸਲਾਮ ਹੈ, ਤੂੰ ਸਦਾ ਹੀ ਸਲਾਮਤ ਹੈ। ਤੈਂ ਕਦੇ ਮਿਟਣਾ ਨਹੀਂ, ਪਹਿਲਾਂ ਤੋਂ ਹੈ, ਹੁਣ ਵੀ ਹੈ, ਫੇਰ ਵੀ ਰਹਿਣਾ ਹੈ। ਹੋਇਓ ਹੈ, ਹੋਵੰਤੋ ਹਰਨ ਭਰਨ ਸੰਪੂਰਨ ਹੈ। ਸਲੀਖਤ ਮੁਦਾਮੈ, ਜਿਹੜੀ ਤੇਰੀ ਆਫਸਪ੍ਰਿੰਗ ਹੈ, ਔਲਾਦ ਹੈ, ਉਹ ਸਦਾ ਰਹਿਣ ਵਾਲੀ ਹੈ। ਕਿਹੜੀ ਔਲਾਦ ਹੈ ਉਹਦੀ ਮੰਨੀ ਜਾਂਦੀ? ਜਿਹੜੇ ਸੰਤ ਜਨ ਹੈ, ਉਹ ਕਦੇ ਨਹੀਂ ਮਰਦੇ ਹੈ। ਬਾਕੀ ਸਾਰਾ ਸੰਸਾਰ ਆਉਂਦਾ ਜਾਂਦਾ। ਸਲੀਖਤ ਮਦਾਮੈ ਗਨੀਮੁਲ ਸ਼ਿਕਸਤ, ਗਨੀਮ ਹੁੰਦੇ ਆ ਦੁਸ਼ਮਣ, ਦੁਸ਼ਮਣਾਂ ਨੂੰ ਹਾਰ ਵੀ ਤੂੰ ਹੀ ਦਿੰਦਾ, ਸ਼ਿਕਸਤ ਵੀ ਤੂੰ ਹੀ ਦਿੰਦਾ। ਗਰੀਬੁਲ ਪ੍ਰਸਤ ਹੈ, ਗਰੀਬਾਂ ਨੂੰ ਪਾਲਦਾ ਵੀ ਹੈ, ਚੱਕਦਾ ਵੀ ਹੈ, ਉਹਨਾਂ ਦੀ ਪ੍ਰਸਤੀ ਕਰਦਾ। ਬੁਲੰਦੁਲ ਮਕਾਨ ਹੈ, ਤੇਰਾ ਮਕਾਨ ਬਹੁਤ ਬੁਲੰਦ ਹੈ, ਉੱਚਾ ਹੈ। 4 ਕੁੰਟ ਤੇਰਾ ਚੌਬਾਰਾ ਹੈ। ਜ਼ਮੀਨੁਲ ਜ਼ਮਾਨ ਹੈ, ਤੂੰ ਜ਼ਮੀਨ ਵੀ ਹੈ, ਤੂੰ ਜ਼ਮਾਂ ਵੀ ਹੈ, ਆਸਮਾਨ ਵੀ ਤੂੰ ਹੀ ਹੈ। ਤਮੀਜ਼ੁਲ ਤਮਾਮ ਹੈ, ਹੇ ਵਾਹਿਗੁਰੂ ਜੀਓ, ਸਾਰਾ ਭੇਤ ਗਿਆਨ ਤਮੀਜ਼ ਸਭ ਤੈਨੂੰ ਹੈ, ਤੇਰੇ ਕਰਕੇ ਹੈ। ਰੁਜੂਅਲ ਨਿਧਾਨ ਹੈ, ਤੂੰ ਬਹੁਤ ਕੰਸੀਡਰੇਟ ਹੈ, ਗੱਲ ਨੂੰ ਬਰਦਾਸ਼ਤ ਕਰਨ ਵਾਲਾ ਖਜ਼ਾਨਾ ਹੈ। ਹਰੀਫੁਲ ਅਜੀਮ ਹੈ, ਬਹੁਤ ਵੱਡਾ ਮਿੱਤਰ ਵੀ ਹੈ। ਇਹ ਜਿਹੜਾ ਹਰੀਫ ਸ਼ਬਦ ਹੈ ਸਾਧ ਸੰਗਤ ਜੀ, ਉਹ ਮਿੱਤਰ ਖਾਤਰ ਵੀ ਆਉਂਦਾ, ਵੈਰੀ ਖਾਤਰ ਵੀ ਆਉਂਦਾ। ਜਦੋਂ ਵੋਟਾਂ ਦੇ ਵਿੱਚ ਰਿਜ਼ਲਟ ਆਉਂਦੇ ਹੁੰਦੇ ਨਾ, ਉਹ ਉਰਦੂ ਵਾਲੇ ਇਸ ਤਰ੍ਹਾਂ ਕਹਿੰਦੇ ਹੁੰਦੇ, ਉਸਨੇ ਆਪਣੇ ਨੀਅਰੈਸਟ ਹਰੀਫ ਕੋ ਇਤਨੀ ਵੋਟੋਂ ਸੇ ਹਰਾਇਆ। ਹਰੀਫ ਜਾਣੀ ਜਿਹੜਾ ਮੁਕਾਬਲਾ ਕਰਦਾ ਹੁੰਦਾ, ਵੈਰੀ ਦੇ ਰੂਪ 'ਚ ਵੀ ਆਉਂਦਾ, ਮਿੱਤਰ ਦੇ ਰੂਪ 'ਚ ਵੀ ਆਉਂਦਾ। ਰਜ਼ਾਇਕ ਯਕੀਨ ਹੈ, ਯਕੀਨਨ ਤੂੰ ਸਭ ਨੂੰ ਰੋਜ਼ੀ ਰੋਟੀ ਦਿੰਦਾ। ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਸਭ ਤਰੰਗਾਂ ਤੇਰੀਆਂ ਹੀ ਹੈ ਜੋ ਨਜ਼ਰ ਆ ਰਿਹਾ। ਅਭੇਦ ਵੀ ਹੈ, ਅਭੰਗ ਵੀ ਹੈ। ਅਜ਼ੀਜ਼ੁਲ ਨਿਵਾਜ਼ ਹੈ, ਆਪਣੇ ਪਿਆਰਿਆਂ ਨੂੰ ਨਿਵਾਜਦਾ ਵੀ ਹੈ। ਸੰਤਾਂ ਨੂੰ ਵਡਿਆਈ ਦਿੰਦਾ ਹੈ, ਦੂਤਾਂ ਨੂੰ, ਦੈਂਤਾਂ ਨੂੰ ਡੰਨ ਲਾਉਣਾ। ਗਨੀਮੁਲ ਖਰਾਜ ਹੈ, ਗਨੀਮ ਦੁਸ਼ਮਣ ਹੁੰਦਾ, ਦੁਸ਼ਮਣਾਂ ਤੋਂ ਡੰਨ ਭਰਾਉਣਾ, ਉਹਨਾਂ ਨੂੰ ਖਰਾਜ ਲਾਉਣਾ, ਉਹਨਾਂ ਤੋਂ ਕਰ ਵਸੂਲਦਾ, ਯਾਨੀ ਉਹਨਾਂ ਨੂੰ ਮਾਰਦਾ। ਨਿਰੁਕਤ ਸਰੂਪ ਹੈ, ਇਨਐਕਸਪ੍ਰੈਸਿਬਲ, ਜਿਹਦੇ ਬਾਰੇ ਵਿਆਖਿਆ ਨਹੀਂ ਕਰੀ ਜਾ ਸਕਦੀ, ਐਸਾ ਸਰੂਪ ਹੈ। ਤ੍ਰਿਮੁਕਤ ਵਿਭੂਤ ਹੈ,
ਤਿੰਨਾਂ ਗੁਣਾਂ ਦੀ ਮਾਇਆ ਤੋਂ ਉੱਪਰ ਹੈ ਤੂੰ। ਤੂੰ ਮਾਇਆ ਦੇ ਵਿੱਚ ਨਹੀਂ ਹੈ, ਵਿੱਚ ਬੈਠਾ ਹੈ ਜ਼ਰੂਰ, ਪਰ ਮਾਇਆ ਤੋਂ ਨਿਰਲੇਪ ਹੈ। ਪ੍ਰਭਗਤ ਪ੍ਰਭਾ ਹੈ, ਪ੍ਰਭਗਤ ਸ਼ਕਤੀ ਹੈ ਤੂੰ। ਸਾਧ ਸੰਗਤ ਜੀ, ਇਹਨੂੰ ਆਪਾਂ ਪੰਜਾਬੀ ਦੇ ਤੌਰ 'ਤੇ ਪ੍ਰਭੁਗਤ ਵੀ ਪੜ੍ਹ ਸਕਦੇ ਹਾਂ, ਪਰ ਉਹ ਗੱਲ ਫਿਰ ਇੱਥੇ ਹੈ ਨਹੀਂ। ਇੱਥੇ ਹੈ ਪ੍ਰਭਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ। ਤੂੰ ਹਰੇਕ ਨਾਲ ਜੁੜਿਆ ਹੋਇਆ, ਹਰ ਇੱਕ ਦੇ ਅੰਦਰ ਬੈਠਾ। ਸदैवं ਸਰੂਪ ਹੈ, ਸਦਾ ਤੋਂ ਤੇਰਾ ਸਰੂਪ ਚੱਲਿਆ ਆ ਰਿਹਾ। ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਭ ਨੂੰ ਪਰਾਜਿਤ ਕਰਦਾ। ਸਦਾ ਸਰਬ ਸਾਜ ਹੈ। ਇਹ ਵਾਹਿਗੁਰੂ ਜੀਓ, ਤੂੰ ਸਦਾ ਹੀ ਸਭ ਨੂੰ ਸਾਜਦਾ। ਸਾਧ ਸੰਗਤ ਜੀਓ, ਇਹ ਤਾਂ ਸੀ ਵਿਚਾਰ ਆਪਣੀ ਤੁਛ ਬੁੱਧੀ ਅਨੁਸਾਰ। ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ ਦੁਬਾਰਾ ਤੋਂ। ਥੋੜ੍ਹੀ ਜਿਹੀ ਵਿਚਾਰ ਹੋਰ ਸਾਂਝੀ ਕਰੀਏ। ਚੰਡੀ ਦੀ ਵਾਰ ਇੱਕ ਦਸਮ ਗ੍ਰੰਥ ਦੀ ਬਾਣੀ ਹੈ। ਬਾਣੀ ਇਨ ਦਾ ਸੈਂਸ ਵੀ 10ਵੇਂ ਪਾਤਸ਼ਾਹ ਨੇ ਉਲੱਥਾ ਕਰਿਆ ਇੱਕ ਪ੍ਰਾਣ ਦਾ, ਬਿਲਕੁਲ ਹੂਬਹੂ ਜਿਵੇਂ ਉੱਥੇ ਉਹ ਕਹਾਣੀ ਆਈ ਹੋਈ ਹੈ, ਗੁਰੂ ਸਾਹਿਬ ਨੇ ਉਹਦਾ ਲੱਥਾ ਕਰਿਆ। 10ਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਆਪ ਹੀ ਲਿਖ ਰਹੇ ਹੋ। ਤੋ ਉਲੱਥਾ ਕਰਨਾ ਹੋਰ ਚੀਜ਼ ਹੁੰਦਾ, ਆਪਣੇ ਵੱਲੋਂ ਉਚਾਰਨਾ ਹੋਰ ਗੱਲ ਹੁੰਦੀ ਹੈ। ਇਹ ਚੀਜ਼ ਸਮਝਣ ਵਾਲੀ ਹੈ। ਚੰਡੀ ਦੀ ਵਾਰ ਦਾ ਬੜਾ ਲੋਕਾਂ ਦੇ ਵਿੱਚ ਭਰਮ ਵੀ ਹੈ, ਔਰ ਇਹ ਵੀ ਕਿਹਾ ਜਾਂਦਾ ਵੀ ਚੰਡੀ ਦੀ ਵਾਰ ਪੜ੍ਹ ਕੇ ਬੰਦਾ ਜਮਾਂ ਤੋਂ ਡਰ ਤੋਂ ਰਹਿਤ ਹੋ ਜਾਂਦਾ। ਕਾਰਨ ਇਹ ਹੈ ਵੀ ਦੁਰਗਾ ਜਿਹੜੀ ਦੇਵੀ ਹੈ, ਇਹਦਾ ਦੈਂਤਾਂ ਦੇ ਨਾਲ ਯੁੱਧ ਦਿਖਾਇਆ ਗਿਆ। ਇੰਦਰ ਦਾ ਰਾਜ ਖੋਹ ਲਿਆ ਦੈਂਤਾਂ ਨੇ, ਅਸੁਰਾਂ ਨੇ। ਇੰਦਰ ਫਿਰ ਸ਼ਰਨ ਵਿੱਚ ਗਿਆ। ਸ਼ਰਨ ਵਿੱਚ ਜਾਣ ਕਰਕੇ ਬ੍ਰਹਮਾ ਜੀ ਦੀ ਸ਼ਰਨ 'ਚ ਗਿਆ। ਉਹ ਫਿਰ ਉਹਨੇ ਦੁਰਗਾ ਭੇਜੀ ਦੇਵੀ। ਤੋ ਦੁਰਗਾ ਨੂੰ ਬੜਾ ਸ਼ਕਤੀਸ਼ਾਲੀ ਦਿਖਾਇਆ ਗਿਆ। ਉਹਦੇ ਕਈ ਨਾਮ ਆ ਰਹੇ, ਕਾਲਕਾ, ਕਾਲੀ, ਜਗ ਮਾਤਾ, ਲੋਕ ਮਾਤਾ, ਮਹਾਮਾਈ, ਭਵਾਨੀ, ਬਰਿਆਮੀ, ਇਸ ਤਰ੍ਹਾਂ ਕਰਕੇ। ਹੁਣ ਇਹ ਜਿਹੜੀ ਕਿਰਤ ਹੈ ਗੁਰੂ ਸਾਹਿਬ ਦੀ, ਇਹਦੇ ਵਿੱਚ ਬਹੁਤ ਸਾਰੇ ਅਲੰਕਾਰ, ਕੜਾਕੇ ਮੜਾਕੇ ਵਾਲੇ ਸ਼ਬਦ, ਰਾੜੇ ਦਾ ਬਹੁਤ ਪ੍ਰਯੋਗ ਹੈ। ਆਨੰਦ ਬੜਾ ਆਉਂਦਾ ਪੜ੍ਹ ਕੇ। ਲਸ਼ਕਣ, ਤੇਗਾਂ, ਬਰਛੀਆਂ, ਸੂਰਜ ਨਜ਼ਰ ਨਾ ਆਏ, ਸੂਰਜ ਨਜ਼ਰ ਨਾ ਪਾਏ। ਇਹ ਅਲੰਕਾਰ ਹੈ ਵੀ ਨੇਜੇ ਬਰਛੀਆਂ ਇੱਕਣ ਲਸ਼ਕਦੇ ਸੀਗੇ ਲੋਹੇ ਦੇ, ਵੀ ਸੂਰਜ ਵੀ ਨਹੀਂ ਸੀ ਨਜ਼ਰ ਆਉਂਦਾ। ਉਹਨਾਂ ਦੀ ਲਸ਼ਕ ਇੰਨੀ ਸੀਗੀ। ਅਲੰਕਾਰ ਦੇ ਤੌਰ 'ਤੇ ਵਰਤੇ ਹੋਏ। ਵੀਰ ਪਰੋਤੇ ਬਰਛੀਏ, ਜੰਡਾਲ ਚਮੁੱਟੇ ਆਮਲੇ। ਜਿਹੜੇ ਬਰਛਿਆਂ ਨਾਲ ਪਰੋਤੇ ਪਏ ਸੀਗੇ ਮੈਦਾਨੇ ਜੰਗ ਦੇ ਵਿੱਚ ਵੀਰ, ਉਹ ਐਂ ਲੱਗਦਾ ਸੀ ਜਿਵੇਂ ਟਾਹਲੀ ਨੂੰ ਔਲੇ ਲੱਗੇ ਵੇ ਹੁੰਦੇ। ਇੱਕ ਟਾਹਲੀ ਦੇ ਉੱਪਰ ਕਈ ਔਲੇ ਲੱਗੇ ਵੇ ਹੁੰਦੇ, ਜਿਵੇਂ ਉਸ ਤਰ੍ਹਾਂ ਲੱਗਦੇ ਸੀਗੇ। ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ। ਉਹ ਜਿਹੜੇ ਦੈਂਤ ਸੀਗੇ ਉਖਲੀ ਵਰਗੀਆਂ ਉਹਨਾਂ ਦੀਆਂ ਨਾਸਾਂ ਸੀ, ਚੌੜੀਆਂ, ਔਰ ਮੂੰਹ ਆਲੇ ਲੱਗਦੇ ਸੀਗੇ ਵੀ ਇਹ ਬੜੇ ਬੜੇ ਮੂੰਹ ਆਲੇ ਹੈ। ਤੋ ਜਦੋਂ ਦੇਵੀ ਨੇ ਮੈਖਾਸੁਰ ਦਾ ਵੱਧ ਕਰਿਆ, ਉਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ। ਗੁਰੂ ਸਾਹਿਬ ਲਿਖਦੇ ਆ ਵੀ ਜਿਵੇਂ ਬੋਦੀ ਵਾਲਾ ਤਾਰਾ ਹੁੰਦਾ, ਐਕਣ ਦੂਰ ਥਾਈਂ ਖਿੜੀਆਂ ਪਈਆਂ ਸੀ ਆਂਦਰਾਂ ਉਹਦੀਆਂ, ਮੈਖਾਸੁਰ ਦੈਂਤ ਦੀਆਂ। ਝੋਟੇ ਦੀ ਸ਼ਕਲ ਦਾ ਦੈਂਤ ਸੀਗਾ ਇਹ। ਫਿਰ ਲੋਚਨ ਧੂਮ ਦਾ ਜ਼ਿਕਰ ਆਉਂਦਾ, ਇਹ ਵੀ ਇੱਕ ਦੈਂਤ ਸੀਗਾ, ਨੈਣ ਧੂਮਰ ਵੀ ਕਹਿੰਦੇ ਇਹਨੂੰ। ਜਦੋਂ ਲੋਚਨ ਧੂਮ ਮਾਰਿਆ ਦੇਵੀ ਨੇ, ਉਹਦੀ ਖਬਰ ਫਿਰ ਜਿਹੜੇ ਰਾਜੇ ਸੀਗੇ ਸੁੰਭ ਨਸੁੰਭ, ਉਹਨਾਂ ਦੇ ਮਰਨ ਦੀ ਮਾਨੋ ਸਾਈ ਦੇ ਦਿੱਤੀ ਵੀ ਜਿਹਦਾ ਐਡਾ ਬੜਾ ਦੈਂਤ ਮਾਰਿਆ ਤਾਂ ਹੁਣ ਤੁਹਾਡੀ ਵੀ ਤਿਆਰੀ ਹੈ। ਲੋਚਨ ਧੂਮ ਮਾਰਿਆ, ਫਿਰ ਚੰਡ ਅਤੇ ਮੁੰਡ ਦੈਂਤ ਲਿਆਇਆ, ਸੁੰਭ ਨਸੁੰਭ ਨੇ ਲਿਆਂਦੇ, ਫਿਰ ਉਹ ਵੀ ਮਾਰੇ, ਦੋਹਾਂ ਨੂੰ ਖਪਾ ਤਾ। ਉਹਨਾਂ ਤੋਂ ਬਾਅਦ ਫਿਰ ਰਕਤ ਬੀਜ ਆਇਆ, ਸ਼ਰਣਵਤ ਬੀਜ। ਇਹ ਰਕਤ ਬੀਜ ਤੋਂ ਮਤਲਬ ਹੈ ਵੀ ਜਿੱਥੇ ਉਹਦੇ ਲਹੂ ਦੀ ਕੋਈ ਬੂੰਦ ਗਿਰਦੀ ਸੀ, ਉੱਥੇ ਨਵਾਂ ਰਾਕਸ਼ ਪੈਦਾ ਹੋ ਜਾਂਦਾ ਸੀ। ਇਹ ਮਾਰਕੰਡੇ ਪ੍ਰਾਣ ਦੀ ਕਥਾ ਹੈ, ਉਹਦਾ ਵਰਣਨ ਕਰਿਆ ਗੁਰੂ ਸਾਹਿਬ ਨੇ। ਉਹ ਰਕਤ ਬੀਜ ਦੇ ਜਿੱਥੇ ਜਿੱਥੇ ਵੀ ਲਹੂ ਦੀਆਂ ਬੂੰਦਾਂ ਗਿਰੀਆਂ, ਨਵੇਂ ਨਵੇਂ ਰੂਪ ਪੈਦਾ ਹੋ ਗਏ ਦੈਂਤਾਂ ਦੇ। ਉਹ ਸਾਰੇ ਹੀ ਮਾਰੇ ਚੰਡੀ ਨੇ। ਸ਼ਰਣਵਤ ਬੀਜ ਵਧਾਈਆਂ ਅਗੰਤ ਸੂਰਤਾਂ।
ਰਕਤ ਬੀਜ ਦੀਆਂ ਅਨੇਕਾਂ ਹੀ ਸੂਰਤਾਂ ਫਾਰਮ ਬਣਾਈਆਂ ਜਿਹੜੀਆਂ ਉਹਨੇ ਉਹ ਮਾਰ ਦਿੱਤੀਆਂ। ਔਰ ਗੁਰੂ ਸਾਹਿਬ ਨੇ ਤਸ਼ਬੀਹ ਦਿੱਤੀ ਹੈ ਵੀ ਲਹੂ ਨਾਲ ਭਿੱਜੀਆਂ ਪਈਆਂ ਸੀ ਉਹ ਸੂਰਤਾਂ ਸਾਰੀਆਂ ਹੀ, ਜਿਵੇਂ ਸਰਸਵਤੀ ਜਣ ਨਹਾਈਆਂ ਮਿਲ ਕੇ ਦੇਵੀਆਂ, ਜਾਣੀ ਦੇਵੀਆਂ ਮਿਲ ਕੇ ਗੰਗਾ 'ਚ ਨਹਾ ਰਹੀਆਂ, ਐਕਣ ਉਹ ਲਹੂ ਨਾਲ ਭਿੱਜੀਆਂ ਪਈਆਂ ਸੀ। ਬਹੁਤ ਅਲੰਕਾਰਤ ਭਾਸ਼ਾ ਹੈ। ਫਿਰ ਚੰਡੀ ਨੇ ਕਾਲੀ ਨੂੰ ਯਾਦ ਕਰਿਆ। ਕਾਲੀ ਜਿਵੇਂ ਨਿਕਲੀ ਮੱਥਾ ਫੋੜ ਕੇ ਜਣ ਫਤਿਹ ਨਿਸ਼ਾਨ ਸਜਾਏ ਕੇ, ਫਤਿਹ ਨਿਸ਼ਾਨ ਬਜਾਏ ਕੇ, ਉਹ ਮੱਥਾ ਫੋੜ ਕੇ ਨਿਕਲੀ ਜਿਵੇਂ ਸ਼ਿਵ ਜੀ ਦੇ ਮੱਥੇ 'ਚੋਂ ਵੀਰਭੱਦਰ ਨਿਕਲਿਆ ਸੀਗਾ, ਉਸੇ ਤਰ੍ਹਾਂ ਕਾਲੀ ਦੇ ਮੱਥੇ 'ਚੋਂ ਫਿਰ ਨਿਕਲੀ ਦੇਵੀ। ਬਹੁ ਕੇਸੀ ਪਕੜ ਪਛਾੜਿਆਨ ਤਿਨ ਅੰਦਰ ਧੂਮ ਰਚਾਏ ਕੇ। ਦੈਂਤਾਂ ਦੇ ਕੇਸ ਰੱਖੇ ਹੋਏ ਸੀਗੇ, ਦੇਖੋ ਗੁਰੂ ਸਾਹਿਬ ਨੇ ਉਸ ਟਾਈਮ ਦਾ ਵਰਣਨ ਕਰਿਆ। ਬਹੁ ਕੇਸੀ ਪਕੜ ਪਛਾੜਿਆਨ ਤਿਨ ਅੰਦਰ ਧੂਮ ਰਚਾਏ ਕੇ, ਕੇਸਾਂ ਤੋਂ ਪਕੜ ਪਕੜ ਕੇ ਦੈਂਤ ਜਿਹੜੇ ਉਹ ਮਾਰੇ ਦੇਵੀ ਨੇ। ਫਿਰ ਗੁਰੂ ਸਾਹਿਬ ਅੱਗੇ ਦੱਸਦੇ ਆ ਵੀ ਜੋਗਣੀਆਂ ਮਿਲ ਢਾਈਆਂ ਲੋਹੂ ਭਖਣ। ਲੜਾਈ ਦੇ ਮੈਦਾਨ 'ਚ ਜਿਹੜੀਆਂ ਜੋਗਣੀਆਂ ਹੁੰਦੀਆਂ, ਯੋਗਨੀਆਂ ਕਹਿ ਦਿੰਦੇ ਆ, ਪੰਜਾਬੀ 'ਚ ਜੱਜਾ ਹੋ ਜਾਂਦਾ ਜਈਆ ਜਿਹੜਾ, ਉਹ ਫਿਰ ਮਿਲ ਕੇ ਆਈਆਂ ਲਹੂ ਨੂੰ ਚੂਸਣ ਖਾਤਰ। ਮਰਿਆ ਹੋਇਆਂ ਦਾ ਲਹੂ ਚੂਸਦੀਆਂ ਹੁੰਦੀਆਂ ਜਿਹੜੀਆਂ ਜੋਗਣੀਆਂ ਹੁੰਦੀਆਂ। ਭੂਈ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ, ਹੇਠਾਂ ਨਹੀਂ ਗਿਰਨ ਦਿੱਤਾ ਉਹਨਾਂ ਨੇ ਜਿਹੜਾ ਰਕਤ ਹੈ, ਲਹੂ ਹੈ, ਆਪੇ ਚੂਸ ਗਈਆਂ ਉਹ ਸਾਰੇ। ਫਿਰ ਨਸੁੰਭ ਨੇ ਘੋੜਾ ਭਜਾਇਆ, ਦੈਂਤਾਂ ਦਾ ਜਿਹੜਾ ਰਾਜਾ ਸੀ ਨਸੁੰਭ, ਫਿਰ ਉਹਨੇ ਘੋੜਾ ਭਜਾਇਆ। ਜਾਨ ਹਲਵਾਈ ਸੀਖ ਨਾਲ ਬਿਨ ਬੜੇ ਉਤਾਰੇ, ਦੇਖੋ ਅਲੰਕਾਰ, ਜਿਵੇਂ ਹਲਵਾਈ ਸੀਖ ਨਾਲ ਬੰਨ੍ਹ ਕੇ ਬੜੇ ਰਿੰਨ ਪਕਾਉਂਦਾ ਹੁੰਦਾ ਹੈ, ਇਸ ਤਰ੍ਹਾਂ ਨਸੰਭ ਨੇ ਲੜਾਈ ਕਰੀ। ਬਾਅਦ ਵਿੱਚ ਫਿਰ ਨਸੰਭ ਮਾਰਨ ਤੋਂ ਬਾਅਦ ਫਿਰ ਸੁੰਭ ਆ ਗਿਆ। ਇਹ ਦੋਹੇ ਭਰਾ ਸੀਗੇ, ਸੁੰਭ ਨਸੁੰਭ, ਪਠਾਇਆ ਜਮ ਦੇ ਧਾਮ ਨੂੰ। ਇਹ ਦੋਹੇ ਮਾਰ ਦਿੱਤੇ ਫਿਰ ਦੁਰਗਾ ਨੇ। ਫਿਰ ਇੰਦਰ ਨੂੰ ਰਾਜ ਦਵਾਇਆ। ਸੋ ਇਹ ਕਹਾਣੀ ਹੈ ਸਾਧ ਸੰਗਤ ਜੀ, ਉਹ ਗੁਰੂ ਸਾਹਿਬ ਨੇ ਜੋਸ਼ ਭਰਨ ਖਾਤਰ ਸਿੱਖਾਂ ਦੇ ਵਿੱਚ ਇਹ ਵਿਚਾਰ ਦਿੱਤੀ ਸਿੱਖਾਂ ਨੂੰ ਵੀ ਜਦ ਇੱਕ ਔਰਤ ਦੇਵੀ ਦੇ ਰੂਪ 'ਚ ਇੰਨਿਆਂ ਦੈਂਤਾਂ ਨੂੰ ਮਾਰ ਸਕਦੀ ਹੈ, ਐਡੇ ਭਿਆਨਕ ਦੈਂਤ ਉਹਨਾਂ ਦਾ ਰੂਪ ਸੀਗਾ। ਸੁੰਭ ਨਸੁੰਭ, ਲੋਚਨ ਧੂਮ, ਚੁੰਡ ਚੰਡ ਮੁੰਡ ਔਰ ਮੈਖਾਸੁਰ ਰਕਤ ਬੀਜ। ਜੇ ਇੱਕ ਦੇਵੀ ਉਹਨਾਂ ਨੂੰ ਮਾਰ ਸਕਦੀ ਹੈ ਵੀ ਤੁਸੀਂ ਸਿੰਘੋ ਹੋ ਜਾਓ ਤਿਆਰ, ਪਕੜੋ ਸ੍ਰੀ ਸਾਹਿਬ ਹੱਥ 'ਚ। ਔਰ ਜਿਹੜੇ ਮੁਗਲ ਜ਼ੁਲਮ ਕਰਦੇ, ਪਰਮਾਤਮਾ ਨੂੰ ਯਾਦ ਵੀ ਨਹੀਂ ਕਰਨ ਦਿੰਦੇ, ਉਹਦਾ ਨਾਮ ਵੀ ਨਹੀਂ ਲੈਣ ਦਿੰਦੇ, ਯਾਨੀ ਸੰਤਾਂ ਨੂੰ ਤੰਗ ਕਰਦੇ, ਉਹਨਾਂ ਦਾ ਖਾਤਮਾ ਕਰੋ। ਦੁਸ਼ਟ ਦਮਨ ਇਸੀ ਕਰਕੇ ਦਸ਼ਮੇਸ਼ ਜੀ ਦਾ ਖਿਤਾਬ ਹੈ, ਦੁਸ਼ਟਾਂ ਦਾ ਦਮਨ ਕਰੋ, ਇਹ ਹੁਕਮ ਵਿੱਚ ਹੈ ਉਹਦੇ 'ਚ। ਔਰ ਡਿਵਿਨਟੀ ਦਾ ਇੱਕ ਅੰਗ ਹੈ ਇਹ ਨਹੀਂ ਹੈ ਵੀ ਚੁੱਪ ਕਰਕੇ ਹੀ ਬੈਠੇ ਰਹੋ, ਜੇ ਜ਼ੁਲਮ ਹੁੰਦਾ ਉਹਨੂੰ ਦੇਖੀ ਜਾਓ, ਨਹੀਂ। ਸ੍ਰੀ ਸਾਹਿਬ ਪਾਉਣ ਦਾ ਮਕਸਦ ਹੀ ਇਹੀ ਹੈ ਬਈ ਜ਼ੁਲਮ ਕਰਨਾ ਵੀ ਨਹੀਂ ਹੈ, ਪਰ ਜ਼ੁਲਮ ਸਹਿਣਾ ਵੀ ਨਹੀਂ ਹੈ। ਜੇ ਜ਼ੁਲਮ ਕੋਈ ਕਰ ਰਿਹਾ ਤਾਂ ਫਿਰ ਸ੍ਰੀ ਸਾਹਿਬ ਨੂੰ ਉਠਾ ਲਓ, ਇਹ ਮਕਸਦ ਹੈ ਚੰਡੀ ਦੀ ਵਾਰ ਲਿਖਣ ਦਾ। ਇਹਦੇ ਨਾਲ ਲੋਕਾਂ ਨੇ ਜੋੜੀਆਂ ਹੋਈਆਂ ਗੱਲਾਂ ਬਹੁਤ ਹੈ ਵੈਸੇ ਵੀ। ਚੰਡੀ ਦੀ ਵਾਰ ਦਾ ਪਾਠ ਕਰ ਲਓ, ਡਰ ਹਟ ਜੂ, ਜਾਂ ਜਮਾਂ ਤੋਂ ਛੁਟਕਾਰਾ ਹੋ ਜੂ, ਇਸ ਤਰ੍ਹਾਂ ਦੀਆਂ ਬਾਤਾਂ ਹੈ। ਚਲੋ ਇਹ ਉਹਨਾਂ ਨੂੰ ਮੁਬਾਰਕ ਹੈ ਜਿਨ੍ਹਾਂ ਦੀ ਸ਼ਰਧਾ ਜਿੱਕਣ ਵੀ ਹੈ ਕਿਸੇ ਤਰ੍ਹਾਂ। ਪਰ ਚੰਡੀ ਦੀ ਪਾਠ ਦਾ ਸਾਹਿਤਕ ਤੌਰ ਦੇ ਉੱਤੇ ਬਹੁਤ ਵਧੀਆ ਇੱਕ ਨਮੂਨਾ ਹੈ ਗੁਰੂ ਸਾਹਿਬ ਦਾ ਪੰਜਾਬੀ ਦੇ ਵਿੱਚ। ਹਾਲਾਂਕਿ ਗੁਰੂ ਸਾਹਿਬ ਨੇ ਜ਼ਿਆਦਾ ਬ੍ਰਿਜ ਭਾਸ਼ਾ 'ਚ ਜਾਂ ਫਾਰਸੀ ਦੇ ਵਿੱਚ ਆਪਣੀ ਰਚਨਾ ਕਹੀ ਹੈ, ਪਰ ਇਹ ਜਿਹੜੀ ਚੰਡੀ ਦੀ ਵਾਰ ਹੈ ਇਹ ਪੰਜਾਬੀ ਦੇ ਵਿੱਚ। ਬਹੁਤ ਆਨੰਦ ਆਉਂਦਾ ਪੜ੍ਹ ਪੜ੍ਹ ਕੇ, ਸੁਣ ਕੇ ਵੀ ਏਕਣ ਦੇ ਅਲੰਕਾਰ ਵਰਤੇ ਗੁਰੂ ਸਾਹਿਬ ਨੇ। ਜਿਵੇਂ ਸਰਸਵਤੀ ਗੰਗਾ ਦੇ ਵਿੱਚ ਦੇਵੀਆਂ ਨਹਾਤੀਆਂ ਹੋਵੇਂ, ਜਿਵੇਂ ਟਾਹਣੀ ਦੇ ਨਾਲ ਔਲੇ ਚਮੁੱਟੇ ਵੇ ਹੋਵੇਂ, ਇੱਕ ਵੀਰ ਪਰੋਤੇ ਬਰਛੀਆਂ ਜਾਂ ਡਾਲ ਚਮੁੱਟੇ ਆਮਲੇ। ਫਿਰ ਸੂਰਜ ਨਜ਼ਰ ਨਾ ਆਵੇ, ਇੰਨੀਆਂ ਤੇਗਾਂ ਲਸਕਦੀਆਂ ਹੋਵੇਂ, ਬਰਛੀਆਂ ਲਸਕਦੀਆਂ ਹੋਵੇਂ। ਇਹ ਅਲੰਕਾਰ ਹੈ ਸਾਰੇ। ਇਹ ਸਾਹਿਤਕ ਪੱਖ ਤੋਂ ਬਹੁਤ ਉੱਤਮ ਰਚਨਾ ਹੈ, ਬਹੁਤ ਉੱਤਮ। ਇਹਨੂੰ ਪੜ੍ਹ ਕੇ ਬੜਾ ਆਨੰਦ ਵੀ ਆਉਂਦਾ ਔਰ ਥੋੜ੍ਹਾ ਬਹੁਤਾ ਉਛਾਲਾ ਵੀ ਆਉਂਦਾ, ਅੰਦਰ ਜਜ਼ਬਾ ਪੈਦਾ ਹੁੰਦਾ, ਵੀਰ ਰਸ ਪੈਦਾ ਹੁੰਦਾ ਬਈ ਅਸੀਂ ਵੀ ਚੰਗੇ ਕੰਮ ਖਾਤਰ ਅਵਰ ਵਾਸਨਾ ਨਾਹਿ ਮੋਏ ਧਰਮ ਯੁੱਧ ਕੇ ਚਾਹੇ।
ਗੁਰੂ ਸਾਹਿਬ ਕਹਿੰਦੇ ਵੀ ਧਰਮ ਯੁੱਧ ਦੇ ਚੌ ਵਿੱਚ ਮੈਨੂੰ ਹੋਰ ਕੋਈ ਵਾਸਨਾ ਨਹੀਂ ਹੈ, ਧਰਮ ਯੁੱਧ ਸ੍ਰੇਸ਼ਟ ਹੈ। ਪਰ ਵਿੱਚ ਧਰਮ ਹੋਵੇ, ਨਾ ਕਿ ਕੋਈ ਸਿਆਸਤ ਹੋਵੇ ਵੀ ਮੈਨੂੰ ਰਾਜ ਮਿਲ ਜੇ ਜਾਂ ਕੁਛ ਹੋਵੇ, ਉਹ ਚੀਜ਼ਾਂ ਹੋਰ ਹੈ। ਉਹ ਉੱਪਰੋਂ ਹੋਰ ਹੁੰਦੀਆਂ, ਅੰਦਰੋਂ ਹੋਰ ਹੁੰਦੀਆਂ, ਪਰ ਧਰਮ ਯੁੱਧ ਤਾਂ ਅੰਦਰ ਤੋਂ ਹੁੰਦਾ, ਉਹ ਸਿਰਫ ਧਰਮ ਯੁੱਧ ਹੁੰਦਾ, ਹੋਰ ਉਹਦੇ ਪਿੱਛੇ ਕੋਈ ਭਾਵਨਾ ਨਹੀਂ ਹੁੰਦੀ। ਤੋ ਦਸ਼ਮੇਸ਼ ਜੀ ਦੀ ਸਾਰੀ ਜ਼ਿੰਦਗੀ, ਉਹਨਾਂ ਨੇ ਕਿੰਨੀ ਜੰਗਾਂ ਲੜੀਆਂ, 14 ਤਾਂ ਬੜੀਆਂ ਜੰਗਾਂ ਹੈ, 4 ਹੋਰ ਥੋੜ੍ਹੀਆਂ ਜਿਹੀਆਂ ਉਹਨਾਂ ਤੋਂ ਛੋਟੀਆਂ ਹੈ, ਕੁਛ ਹੋਰ ਸਕਰਮਿਸ਼ਿਜ਼ ਕਹਿੰਦੇ ਜਿਹਨੂੰ, ਝੜੱਪਾਂ ਹੈ, ਉਹ ਵੀ ਹੈ। ਕਾਫੀ ਜ਼ਿਆਦਾ ਉਹਨਾਂ ਦੀ ਜ਼ਿੰਦਗੀ, ਹਾਲਾਂਕਿ 41 ਸਾਲ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇੰਨਾ ਕੁਛ, ਇੰਨੀਆਂ ਜੰਗਾਂ ਲੜੀਆਂ। ਔਰ ਇਹੀ ਨਹੀਂ ਵੀ ਜੰਗਾਂ ਹੀ ਲੜੀਆਂ, ਬਾਣੀ ਵੀ ਰਚੀ, ਸਾਹਿਤਕ ਰਚਨਾਵਾਂ ਵੀ ਉੱਤਮ ਦਰਜੇ ਦੀਆਂ ਰਚੀਆਂ। ਜਿਹੜਾ ਜ਼ਫਰਨਾਮਾ ਹੈ ਉਹਨੂੰ ਪੜ੍ਹ ਕੇ ਵੀ ਬੜਾ ਆਨੰਦ ਆਉਂਦਾ ਹੈ। ਔਰੰਗਜ਼ੇਬ ਹਿੱਲ ਗਿਆ ਸੀਗਾ ਉਹਨੂੰ ਪੜ੍ਹ ਕੇ, ਅਖੀਰ ਦੇ ਸਮੇਂ 'ਚ ਸੁਪਨੇ ਆਉਂਦੇ ਸੀਗੇ ਉਹਨੂੰ, ਸਿੰਘਾਂ ਤੋਂ ਡਰ ਡਰ ਕੇ ਉੱਡਦਾ ਸੀਗਾ। ਇਹ ਰਚਨਾਵਾਂ ਜਿਹੜੀਆਂ ਗੁਰੂ ਸਾਹਿਬ ਦੀਆਂ, ਉਹ ਉੱਚ ਦਰਜੇ ਦੇ ਰੱਬੀ ਸ਼ਾਇਰ ਵੀ ਥੇ, ਔਰ ਮੈਦਾਨੇ ਜੰਗ ਦੇ ਵਿੱਚ ਬਹੁਤ ਵਧੀਆ ਜਰਨੈਲ ਵੀ ਥੇ। ਉਹਨਾਂ ਦੀ ਵਿਉਂਤਬੰਦੀ ਬਹੁਤ ਤਕੜੀ ਸੀਗੀ, ਔਰ ਬੇਡਰ ਨਿਰਭਉ ਸੀਗੇ। ਮੈਦਾਨੇ ਜੰਗ ਦੇ ਵਿੱਚ ਆਪਣੇ ਪੁੱਤਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਉਣ ਵਾਲੇ ਦੁਨੀਆ ਦੇ ਵਿੱਚ ਕਿੰਨੇ ਕੁ ਹੋਣਗੇ, ਕੋਈ ਸ਼ਾਇਦ ਇਹ ਹੋ ਹੀ ਨਹੀਂ ਸਕਣਾ। ਐਸੀ ਮਿਸਾਲ ਹੀ ਨਹੀਂ ਕੋਈ ਹੈ, ਅਨੂਪ ਹੈ। ਠੀਕ ਹੈ, ਕੁਰਬਾਨੀਆਂ ਤਾਂ ਹੋਰਾਂ ਨੇ ਵੀ ਦਿੱਤੀਆਂ, ਪਰ ਇਸ ਟਾਈਪ ਦੀਆਂ ਕੁਰਬਾਨੀਆਂ ਤਾਂ ਅਸੀਂ ਇਤਿਹਾਸ ਦੇ ਵਿੱਚ ਦੱਸ ਰਹੇ ਨੇ, ਕਿਤੇ ਕੋਈ ਪੜ੍ਹਿਆ ਨਹੀਂ। ਇਹ ਜ਼ਰੂਰ ਹੈ ਵੀ ਜਿੱਥੇ ਕਿਤੇ ਪੈਗੰਬਰਾਂ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਤਾਂ ਅੱਖਾਂ 'ਤੇ ਪੱਟੀਆਂ ਬੰਨ੍ਹ ਲੀਆਂ ਵੀ ਦੇਖ ਨਹੀਂ ਹੁੰਦਾ ਸਾਥੋਂ। ਔਰ ਗੁਰੂ ਸਾਹਿਬ ਦੇਖ ਰਹੇ ਸੀਗੇ ਉਹ ਨਜ਼ਾਰੇ ਨੂੰ, ਜਦੋਂ ਸਾਹਿਬਜ਼ਾਦਾ ਛੋਟਾ ਪਹਿਲਾਂ ਨੇਜੇ ਨਾਲ, ਫਿਰ ਕਿਰਪਾਨ ਨਾਲ ਜੰਗ ਦੇ ਮੈਦਾਨੇ ਜੰਗ ਦੇ ਵਿੱਚ ਕਈਆਂ ਨੂੰ ਮਾਰ ਰਿਹਾ, ਆਪਣੇ ਆਪ ਵੀ ਫੱਟ ਖਾ ਰਿਹਾ, ਔਰ ਜਕਾਰਾ ਬੁਲਾਇਆ ਗੜੀ ਦੇ ਵਿੱਚੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ। ਔਰ ਸਿੰਘਾਂ ਨੂੰ ਹੋਰ ਜੋਸ਼ ਭਰਿਆ ਵੀ ਦੇਖੋ ਸਾਹਿਬਜ਼ਾਦਾ ਕਿੰਨੇ ਵਧੀਆ ਐਕਸ਼ਨ ਕਰ ਰਿਹਾ। ਤੋ ਸਾਰਾ ਕੁਝ ਦੇਖਦੇ ਹੋਏ ਗੁਰੂ ਸਾਹਿਬ ਦਾ ਇਹੀ ਜੀ ਲਾਸਾਨੀ, ਅਨੂਪ ਕੋਈ ਮਿਸਾਲ ਦੁਨੀਆ ਦੇ ਵਿੱਚ ਹੈ ਨਹੀਂ। ਇੰਨੀ ਉਤਕ੍ਰਿਸ਼ਟ ਬਾਣੀ ਰਚਨਾ, ਔਰ ਇੰਨਾ ਵਧੀਆ ਜੰਗ ਦਾ ਅਭਿਆਸ ਹੋਣਾ, ਉਹਦੀ ਪਲੈਨਿੰਗ ਕਰਨੀ ਐਡੇ ਬੜੇ ਸਲਤਨਤ ਦੇ ਨਾਲ, ਔਰੰਗਜ਼ੇਬ ਦੇ ਨਾਲ ਜਾਂ ਉਹਦੇ ਅਹਿਲਕਾਰਾਂ ਦੇ ਨਾਲ, ਇਹ ਕੋਈ ਸੌਖਾ ਕੰਮ ਨਹੀਂ ਸੀਗਾ। ਸਾਧ ਸੰਗਤ ਜੀਓ, ਜੇ ਉਹ ਨਾ ਹੁੰਦੇ, ਅਗਰ ਨਾ ਹੋਤੇ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਬਾ ਬੁੱਲੇ ਸ਼ਾਹ ਨੇ ਕਿਹਾ। ਤਾਂ ਸਾਰਿਆਂ ਦੀ ਸੁਨਤ ਹੋਣੀ ਸੀ, ਮੰਦਰਾਂ ਔਰ ਗੁਰਦੁਆਰਿਆਂ ਦੀ ਜਗ੍ਹਾ ਅਜ਼ਾਨਾਂ ਹੋਣੀਆਂ ਸੀਗੀਆਂ। ਅਜ਼ਾਨ ਮੀਨਜ਼ ਨਵਾਜ਼ ਦੀ ਜਿਹੜੀ ਉਹ ਆਵਾਜ਼ ਦਿੰਦੇ, ਉਹ ਚੱਲਣੀ ਸੀਗੀ। ਇਹ ਤਾਂ ਸਿਹਰਾ ਹੀ ਉਹਨਾਂ ਨੂੰ ਜਾਂਦਾ ਵੀ ਉਹਨਾਂ ਨੇ ਇਸ ਬੇੜੇ ਨੂੰ ਠੱਲਿਆ ਜਿਹੜਾ ਚੱਲਿਆ ਸੀ ਅਰਬਾਂ ਤੋਂ, ਰੌਂਦ ਦਾ ਪੈਰਾਂ ਦੇ ਹੇਠ ਆ ਰਿਹਾ ਸੀਗਾ, ਔਰ ਉਹਨਾਂ ਦੇ ਪੈਰ 10ਵੇਂ ਪਾਤਸ਼ਾਹ ਦੇ ਸਿੰਘਾਂ ਨੇ ਤੋੜੇ, ਫਿਰ ਇੱਥੇ ਆ ਕੇ ਉਹ ਖਤਮ ਹੋਏ। ਮਤਲਬ ਹਿੰਦੁਸਤਾਨ ਤੋਂ ਅੱਗੇ ਨਹੀਂ ਫਿਰ ਉਹ ਗਏ, ਦਿੱਲੀ ਜਾਂ ਥੋੜ੍ਹਾ ਬਹੁਤਾ ਪਰਲਾ ਏਰੀਆ ਯੂਪੀ ਦਾ, ਉੱਥੇ ਤੱਕ ਉਹਨਾਂ ਦਾ ਬੇੜਾ ਗਿਆ, ਪਰ ਉਹ ਬਹੁਤ ਲਿਮਟ ਹੋ ਗਈ, ਲਿਮਟ ਵਿੱਚ ਹੋ ਗਏ, ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੱਗੇ ਕਿੰਨਾ ਵਧਣਾ ਸੀ। ਤੋ ਦਿਓ ਸਾਧ ਸੰਗਤ ਦੀ ਆਗਿਆ, ਕੋਈ ਅਪਸ਼ਬਦ ਦੀ ਖਿਮਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।